प्रोग्राम इमीग्रेशन मैटर्स विच मैं हाँ तरनजीत कौर घुम्मण हाज़र हाँ जी लैके तुहाडा अपना प्रोग्राम जिहदे विच गलबात करांगे असीं कैनेडियन इमीग्रेशन संबंधी। तुहाडा कोई सवाल है सानूं अज दे लाइव प्रोग्राम विच तुसीं कॉल कर सकते हो। साडा प्रोग्राम तुसीं हमदर्द मीडिया ग्रुप दे यूट्यूब ते फेसबुक पेज ते भी नाल दी नाल लाइव देख सकते हो। गलबात करांगे अज खास तौर ते इंटरनैशनल स्टूडेंट्स दे बारे विच, पेरेंट स्पॉन्सरशिप के बारे में ते नाल दी नाल गल करांगे जिहड़े इस वक्त कैनेडा विच मौजूद ने उन्हां दे लई की स्कोप हैगा कैनेडा दे विच। सो अजिहे बहुत सारे इंपॉर्टेंट मुद्दों उत्ते अज असीं गलबात करनी है तो शुरुआत असीं करांगे इंटरनैशनल स्टूडेंट्स नूं लैके। जेकर तुसीं कैनेडा खास तौर ते क्यूबेक ते प्राइवेट कॉलेज विच एडमिशन लैण लगे हो, लैंड तो पहला साडा प्रोग्राम जरूर सुन लिओ क्योंकि हो सकता क्योंकि अगे जाके तुसीं पोस्ट ग्रेड वर्क परमिट लई एलिजिबल ना होवो। जी हाँ, इहदे बारे तुहानूं जानकारी देवांगे। प्रोग्राम विच मेरे नाल जुड़ चुके हैं जी आईसीसी इमीग्रेशन तो मिस्टर मनु दत्ता जी, स्वागत है सर। तरन थैंक यू वेरी मच। सब तो पहला तो तुहानूं ते सारे ही व्यूअर्स नूं आईसीसी इमीग्रेशन की समुची टीम वालों एमडी मनु दत्ता एंड आरडी रिपुदमन सिंह ढिल्लों वालों सत श्री अकाल, नमस्कार ते आदाब एंड थैंक यू वेरी मच फॉर हैविंग अस ऑन हियर। थैंक यू। हाल चाल सर? ऑल गुड तरन, थैंक यू जी। सर क्यूबेक दी अजे कल शामी एक खबर आई है, बड़ी इंपॉर्टेंट खबर है कि इंटरनैशनल स्टूडेंट्स नूं अगे जाके 2000 ਸਤੰਬਰ 2023 ਦੇ ਵਿੱਚ ਜਿਹੜੇ ਵੀ ਸਟੂਡੈਂਟਸ ਪ੍ਰਾਈਵੇਟ ਕਾਲਜ ਵਿੱਚ ਐਡਮਿਸ਼ਨਸ ਲੈਣਗੇ ਉਹਨਾਂ ਨੂੰ ਪੋਸਟ ਗ੍ਰੈਡ ਵਰਕ ਪਰਮਿਟ ਨਹੀਂ ਦਿੱਤਾ ਜਾਊਗਾ। ਸੋ ਇਹ ਖਬਰ ਦੇ ਬਾਰੇ ਵਿੱਚ ਥੋੜੀ ਜੀ ਜਾਣਕਾਰੀ ਜ਼ਰੂਰ ਦਿਓ ਕਿ ਕਿਉਂ ਇਹ ਫੈਸਲਾ ਲਿਆ ਗਿਆ। तरन ਤੁਹਾਨੂੰ ਤੇ ਤੁਸੀਂ ਤੇ ਨਿਊਜ਼ ਬੜੀ ਕਲੋਜ਼ਲੀ ਕਵਰ ਕੀਤੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ, ਬਿਕੋਜ਼ ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਸੀਗੇ ਜਿਹੜੇ ਅਫੈਕਟ ਹੋਏ ਸੀ ਪ੍ਰਾਈਵੇਟ ਕਾਲਜਸ ਤੋਂ। ਤੁਸੀਂ ਤਾਂ ਇੰਨੀ ਕਲੋਜ਼ਲੀ ਕਵਰ ਕਰਦੇ ਰਹੇ ਹੋ, ਇੰਡੀਆ ਦੇ ਵਿੱਚ ਬੜੀ ਵੱਡੀ ਮੀਡੀਆ ਦੀ ਖਬਰ ਬਣੀ ਹੋਈ ਸੀਗੀ, ਇੱਥੇ ਧਰਨੇ ਬੜੇ ਹੁੰਦੇ ਰਹੇ ਨੇ। ਸੋ ਉਹ ਪ੍ਰਾਈਵੇਟ ਕਾਲਜਸ ਬੈਂਕਰਪਸੀ ਕਰ ਗਏ ਸੀਗੇ। ਸੋ ਜਿਹੜਾ ਪ੍ਰਾਈਵੇਟ ਕਾਲਜ ਹੈਗਾ ਉਹਦਾ ਬੈਂਕਰਪਸੀ ਕਰਕੇ ਜਾਣਾ ਬੜਾ ਸੌਖਾ ਸੀਗਾ। ਕਿਊਬੇਕ ਹੀ ਇਕੱਲਾ ਇੱਕ ਇਹੋ ਜਿਹਾ ਪ੍ਰੋਵਿੰਸ ਰਹਿ ਗਿਆ ਸੀਗਾ ਜਿੱਥੇ ਪ੍ਰਾਈਵੇਟ ਕਾਲਜਸ ਪੜ੍ਹ ਕੇ ਸਟੂਡੈਂਟ ਪਰਮਾਨੈਂਟ ਪੋਸਟ ਗ੍ਰੈਡ ਵਰਕ ਪਰਮਿਟ ਦੀ ਐਲੀਜੀਬਲ ਸੀਗੇ ਕਿ ਅਪਲਾਈ ਕਰ ਸਕਦੇ ਸੀਗੇ। ਸੋ ਉਸੇ ਕਰਕੇ ਜਿਹੜੀਆਂ ਪੁਰਾਣੇ ਛੋਟੇ ਛੋਟੇ ਕਾਲਜਸ ਖੁੱਲ੍ਹੇ ਹੋਏ ਸੀ ਉਹਦਾ ਫਾਇਦਾ ਚੱਕ ਰਹੇ ਸੀਗੇ। ਉਹ ਕਲਾਸਿਸ ਵੀ ਬੜੀਆਂ 2 ਦਿਨ ਹੀ ਹੋ ਰਹੀਆਂ ਸੀਗੀਆਂ, ਸੈਟਰਡੇ ਸੰਡੇ ਕਲਾਸਿਸ ਹੋ ਰਹੀਆਂ ਸੀ, ਵੀਕ ਦੇ ਵਿੱਚ ਸਟੂਡੈਂਟਸ ਫੁੱਲ ਟਾਈਮ ਕੰਮ ਕਰ ਰਹੇ ਸੀਗੇ। ਸੋ ਉਹ ਕਿਤੇ ਨਾ ਕਿਤੇ ਅਥਾਰਟੀਜ਼ ਨੂੰ ਵੀ ਨਜ਼ਰ ਆ ਰਿਹਾ ਸੀਗਾ। ਬਟ ਜਦੋਂ ਉਹ ਫਲੇਅਰ ਅਪ ਹੋਇਆ, ਜਦੋਂ ਮੀਡੀਆ ਨੇ ਉਹ ਖਬਰ ਚੱਕੀ ਕਿ ਇੰਟਰਨੈਸ਼ਨਲ ਸਟੂਡੈਂਟਸ ਇੰਨੀ ਵੱਡੀ ਤਾਦਾਦ ਦੇ ਵਿੱਚ ਅਫੈਕਟ ਹੋਏ ਨੇ ਐਂਡ ਇੰਨਿਆਂ ਦੀ ਫੀਸ ਨਹੀਂ ਵਾਪਸ ਮਿਲ ਰਹੀ, ਸੋ ਉਦੋਂ ਗੌਰਮੈਂਟ ਨੇ ਸਟੈਪ ਲਿੱਤਾ ਐਂਡ ਦੇ ਫਾਈਨਲੀ ਡਿਸਾਈਡਡ ਕਿ ਜਿਹੜੇ ਪ੍ਰਾਈਵੇਟ ਕਾਲਜਸ ਹੈਗੇ ਨੇ ਉਹਨਾਂ ਸਾਰੇ ਪ੍ਰਾਈਵੇਟ ਕਾਲਜਸ ਨਹੀਂ, ਹਾਲੇ ਵੀ ਕਾਫੀ ਕਾਲਜਸ ਸਟਿਲ ਰਹਿ ਗਏ ਨੇ ਬਟ ਕਾਫੀ ਇਹੋ ਜਿਹੇ ਹੈਗੇ ਨੇ ਬਿਲਕੁਲ ਛੋਟੇ ਪੱਧਰ ਦੇ ਕਾਲਜਸ ਹੈਗੇ। ਇਹਦੇ ਵਿੱਚ ਖਾਸ ਤੌਰ ਤੇ ਨਿਊਜ਼ ਵਿੱਚ ਮੈਂਸ਼ਨ ਕੀਤਾ ਹੋਇਆ ਵੀ ਜਿਹੜੇ ਅਨਸਬਸਿਡਾਈਜ਼ਡ ਪ੍ਰਾਈਵੇਟ ਕਾਲਜਸ ਹੋਣਗੇ, ਇਹ ਕਿਹੜੇ ਕਾਲਜਸ ਹੁੰਦੇ ਨੇ? ਕੁਛ ਗਵਰਨਮੈਂਟ ਸਬਸਿਡੀਜ਼ ਦਿੰਦੀਆਂ ਕੁਛ ਕਾਲਜਸ ਨੂੰ, ਸੋ ਉਹਨਾਂ ਨੂੰ ਰਨ ਕਰਨ ਵਾਸਤੇ। ਸੋ ਜਿਨ੍ਹਾਂ ਦੀ ਐਫੀਲੀਏਸ਼ਨਸ ਹੁੰਦੀਆਂ ਹੈਗੀਆਂ ਜਾਂ ਜਿਹੜੇ ਪੁਰਾਣੇ ਬੈਠੇ ਨੇ ਜਾਂ ਜਿਹੜੀ ਮਲਟੀਪਲ ਬ੍ਰਾਂਚਿਸ ਲੈ ਕੇ ਬੈਠੇ ਨੇ ਉਹਨਾਂ ਨੂੰ ਸਬਸਿਡੀ ਮਿਲਦੀ ਹੈਗੀ ਗਵਰਨਮੈਂਟ ਤੋਂ ਐਂਡ ਉਹ ਕੈਂਪਸਿਸ ਰਨ ਕਰਨ ਵਾਸਤੇ। ਸੋ ਉਹ ਜਿਹੜੇ ਸਬਸਿਡਾਈਜ਼ ਨਹੀਂ ਹੈਗੇ, ਬਹੁਤ ਮੈਂ ਨਾਮ ਨਹੀਂ ਲਊਂਗਾ ਇੱਥੇ ਰਨ, ਬਿਕੋਜ਼ ਸਟੂਡੈਂਟਸ ਨੂੰ ਆਪ ਉਹਨਾਂ ਦੇ ਪੇਰੈਂਟਸ ਨੂੰ ਆਪ ਪਤਾ ਕਰਨਾ ਪਏਗਾ ਕਿ ਜਿਹੜੇ ਕਾਲਜ 'ਚ ਜਾ ਰਿਹਾ ਉਹਨਾਂ ਦਾ ਬੱਚਾ ਉਸ ਕਾਲਜ ਦੇ ਵਿੱਚ ਉਹ ਐਲੀਜੀਬਿਲਿਟੀ ਦੇ ਵਿੱਚ ਆ ਰਿਹਾ ਜਾਂ ਉਸ ਐਲੀਜੀਬਿਲਿਟੀ ਵਿੱਚ ਹੈਗਾ ਜਿਹਦੇ ਤੋਂ ਸਤੰਬਰ ਤੋਂ ਬਾਅਦ ਪੋਸਟ ਗ੍ਰੈਡ ਵਰਕ ਪਰਮਿਟ ਨਹੀਂ ਮਿਲੇਗਾ। ਸੋ ਇਹ ਬੱਚਿਆਂ ਨੂੰ ਆਪ ਅਵੇਅਰ ਹੋ ਕੇ ਆ ਕੁਐਸਚਨ ਪੁੱਛਣਾ ਪਏਗਾ, ਸਵਾਲ ਪੁੱਛਣਾ ਪਏਗਾ। ਸੋ ਉਸ ਕਾਲਜ ਦੇ ਵਿੱਚ ਬਿਲਕੁਲ ਨਹੀਂ ਜਾਣਾ ਜੀ ਜਿੱਥੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲੇਗਾ, ਬਿਕੋਜ਼ ਤੁਹਾਡਾ ਬੱਚਾ ਆ ਕੇ ਉੱਥੇ ਪੋਸਟ ਗ੍ਰੈਡ ਵਰਕ ਪਰਮਿਟ ਵਾਸਤੇ ਨਹੀਂ ਐਲੀਜੀਬਲ ਤਾਂ ਪੀਆਰ ਕਿਸ ਤਰ੍ਹਾਂ ਹੋਏਗਾ। ਸੋ ਐਂਡ ਮੈਂ ਤਾਂ ਇੱਕ ਚੀਜ਼ ਹੋਰ ਕਹਿਣਾ ਕਿ ਵੈਸੇ ਵੀ ਕਿਊਬੈਕ ਨੂੰ ਛੱਡ ਕੇ ਤੁਸੀਂ ਬਾਕੀ ਪੂਰਾ ਕੈਨੇਡਾ ਅਕ੍ਰੋਸ ਕੈਨੇਡਾ ਇੰਨੇ ਕਾਲਜਸ ਇੰਨੀ ਯੂਨੀਵਰਸਿਟੀਜ਼ ਪਈਆਂ ਹੈਗੀਆਂ। ਅਸੀਂ ਇਕੱਲਾ ਕਿਊਬੈਕ ਦੇ ਕਾਲਜਸ ਇਸ ਵਾਸਤੇ ਪਿਕ ਕਰਦੇ ਸੀ ਸਟੂਡੈਂਟਸ ਬਿਕੋਜ਼ ਉੱਥੇ ਪਹਿਲੀ ਗੱਲ ਆਈਲੈਟਸ ਦੀ ਰਿਕੁਆਇਰਮੈਂਟ ਘੱਟ ਸੀਗੀ, ਦੂਸਰੀ ਸੀਗੀ ਕਿ ਸਾਨੂੰ ਐਡਮਿਸ਼ਨ ਆਰਾਮ ਨਾਲ ਮਿਲ ਜਾਂਦਾ ਸੀਗਾ। ਸੋ ਬੱਚਿਆਂ ਨੂੰ ਕਹਿਣਾ ਚਾਹੀਦਾ ਕਿ ਤੁਸੀਂ ਆਈਲੈਟ ਦੇ ਉੱਤੇ ਫੋਕਸ ਰੱਖੋ, ਆਪਣੇ ਮਾਰਕਸ ਦੇ ਉੱਤੇ ਫੋਕਸ ਰੱਖੋ। ਕੈਨੇਡਾ ਇਜ਼ ਵਨ ਕੰਟਰੀ ਜਿੱਥੇ ਤੁਹਾਡੀਆਂ ਓਪਰਚੁਨਿਟੀਜ਼ ਬਹੁਤ ਸਾਰੀਆਂ ਹੈਗੀਆਂ ਤੇ ਕੱਲਾ ਕਿਊਬੈਕ ਦੇ ਉੱਤੇ ਕਿਉਂ ਤੁਸੀਂ ਫੋਕਸ ਕਰ ਰਹੇ ਹੋ? ਜਿਵੇਂ ਤੁਸੀਂ ਗੱਲ ਕੀਤੀ ਸੀ ਸਰ, ਪਿੱਛੇ ਜੇ ਵੀ 3 ਕਾਲਜਸ ਬੰਦ ਹੋਏ ਸੀ ਤਾਂ ਉੱਥੋਂ ਦੇ ਵੀ ਸਟੂਡੈਂਟਸ ਨੂੰ ਹਜੇ ਨਾ ਤਾਂ ਫੀਸ ਵਾਪਸ ਹੋਈ ਹੈ ਤੇ ਉੱਥੋਂ ਦੀ ਕਈ ਤਾਂ ਜਿਹੜੀਆਂ ਕਾਨੂੰਨੀ ਕਾਰਵਾਈ ਦੇ ਵਿੱਚ ਪੈ ਚੁੱਕੇ ਨੇ। ਸੋ ਇਹ ਜ਼ਰੂਰ ਕਿਹਾ ਗਿਆ ਕਿ ਇਹ ਸਤੰਬਰ ਦੇ ਵਿੱਚ ਸ਼ੁਰੂ ਹੋ ਰਿਹਾ 2023 ਦੇ ਵਿੱਚ, ਪਰ ਜਿਹੜੇ ਉਸ ਟਾਈਮ ਤੱਕ ਜਿਨ੍ਹਾਂ ਨੇ ਆਪਦੀ ਅੱਧੀ ਸਟੱਡੀ ਕਰ ਲਈ ਆ ਕਿ ਉਹਨਾਂ ਉੱਤੇ ਵੀ ਇਹ ਚੀਜ਼ ਐਪਲੀਕੇਬਲ ਹੋਏਗੀ ਜਾਂ ਨਿਊ ਐਡਮਿਸ਼ਨਸ ਦੇ ਉੱਤੇ ਹੀ ਹੋਏਗਾ? ਨਿਊ ਐਡਮਿਸ਼ਨਸ ਦੇ ਉੱਤੇ ਹੋਏਗੀ ਤਰਨ, ਬਟ ਗਵਰਨਮੈਂਟ ਦਾ ਡਿਸੀਜਨ ਕਿਸੇ ਪਾਸੇ ਵੀ ਜਾ ਸਕਦਾ, ਬਟ ਉਹ ਕਾਲਜ ਨੂੰ ਇਹਨਾਂ ਨੂੰ ਪਹਿਲੇ ਪਤਾ ਕਰ ਲੈਣਾ ਚਾਹੀਦਾ। ਬਟ ਨਾਰਮਲੀ ਜੇ ਤੁਹਾਡਾ ਕੋਰਸ ਉਸ ਤੋਂ ਪਹਿਲਾਂ ਖਤਮ ਹੁੰਦਾ ਤਾਂ ਯੂ ਸ਼ੁੱਡ ਬੀ ਗੁੱਡ ਇਨਫ। ਕਹਿ ਰਹੇ ਨੇ ਕਹਿੰਦੇ ਕਿਊਬੈਕ ਦੇ ਵਿੱਚ ਖਾਸ ਤੌਰ ਤੇ ਇੰਡੀਅਨ ਸਟੂਡੈਂਟਸ ਦਾ ਬਹੁਤ ਜ਼ਿਆਦਾ ਇੰਟਰਸਟ ਰਿਹਾ ਵਾ। ਜੇ 2018 ਦੇ ਵਿੱਚ ਇਹ ਆંકੜਾ 2000 ਸਮਥਿੰਗ ਦਾ ਸੀ, 2019 ਚ ਵੱਧ ਕੇ 14000 ਪਲੱਸ ਹੋ ਚੁੱਕਿਆ ਸੀ ਉੱਥੋਂ ਦੇ ਐਮਏ ਦੇ ਕਾਲਜਸ ਦੇ ਵਿੱਚ। ਸੋ ਇੰਡੀਅਨ ਸਟੂਡੈਂਟਸ ਦੇ ਲਈ ਕਾਫੀ ਥੋੜੀ ਬੈਡ ਨਿਊਜ਼ ਹੋਏਗੀ ਕਿਉਂਕਿ ਇੰਡੀਅਨ ਸਟੂਡੈਂਟਸ ਜ਼ਿਆਦਾ ਅਪਲਾਈ ਕਰ ਰਹੇ ਸੀ ਕਿਊਬੈਕ ਦੇ ਕਾਲਜਸ ਦੇ ਵਿੱਚ। ਤਰਨ ਇਸੇ ਵਾਸਤੇ ਕਰ ਰਹੇ ਸੀਗੇ ਕਿਉਂਕਿ ਪ੍ਰਾਈਵੇਟ ਕਾਲਜਸ ਜਿਹੜੇ ਏਜੰਟਸ ਐਡਮਿਸ਼ਨ ਕਰਵਾ ਰਹੇ ਸੀ ਉਹਨਾਂ ਨੂੰ
ਕਮਿਸ਼ਨਸ ਦੇ ਰਹੇ ਸੀਗੇ ਜ਼ਿਆਦਾ। ਦੂਸਰੀ ਚੀਜ਼ ਹੈ ਘੱਟ ਬੈਂਡਸ ਦੇ ਨਾਲ ਤੁਹਾਡੀ ਐਡਮਿਸ਼ਨ ਹੋ ਰਹੀ ਸੀਗੀ, ਘੱਟ ਮਾਰਕਸ ਦੇ ਨਾਲ ਸਕੋਰਸ ਦੇ ਨਾਲ ਤੁਹਾਡੀ ਐਡਮਿਸ਼ਨਸ ਹੋ ਰਹੀਆਂ ਸੀਗੀਆਂ। ਸੋ ਸਟੂਡੈਂਟ ਨੂੰ ਵੀ ਆਪਣੇ ਆਪ ਨੂੰ ਥੋੜੇ ਕਹਿੰਦੇ ਆ ਨਾ, ਜੇ ਲੋਕਾਂ ਦੀ ਜਰਾਬਾਂ ਉੱਤੇ ਖਿੱਚਣੀਆਂ ਤੇ ਆਪਣੀਆਂ ਵੀ ਯੂ ਹੈਵ ਟੂ ਪੁੱਲ ਅਪ ਯੋਰ ਸੌਕਸ ਐਜ਼ ਵੈਲ। ਸੋ ਆਪਣੀਆਂ ਸੌਕਸ ਵੀ ਪੁੱਲ ਅਪ ਕਰੋ। ਐਂਡ ਆ ਨਹੀਂ ਕਿ ਮੈਂ 5 ਬੈਂਡ ਹੀ ਲੈ ਸਕਦਾ, 5.5 ਹੀ ਲੈ ਸਕਦਾ ਤੇ ਮੈਨੂੰ ਐਡਮਿਸ਼ਨ ਵੀ ਚਾਹੀਦੀ ਹੈ ਕੈਨੇਡਾ ਦੇ ਵਿੱਚ। ਤੁਸੀਂ 6 ਬੈਂਡ ਦੀ ਤੇ ਕਪੈਸਿਟੀ ਰੱਖਦੇ ਹੋ, ਕੈਨੇਡਾ ਆ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ, ਤੇ ਵਾਈ ਨਾਟ ਤੁਸੀਂ ਥੋੜੀ ਜਿਹੀ ਮਿਹਨਤ ਆਪਣੇ ਆਪ ਕਰੋ। ਬਿਲਕੁਲ ਸਰ, ਇਹਦੇ ਨਾਲ ਹੀ ਥੋੜਾ ਜਿਹਾ ਆਪਾਂ ਸੁਪਰ ਵੀਜ਼ਾ ਦੇ ਉੱਤੇ ਵੀ ਆ ਜਾਈਏ। ਸੁਪਰ ਵੀਜ਼ਾ ਨੂੰ ਲੈ ਕੇ ਵੀ ਕੱਲ ਵੱਡੀ ਖਬਰ ਸਾਹਮਣੇ ਆਈ ਹੈ। ਸੋ ਸੁਪਰ ਵੀਜ਼ਾ ਵਿੱਚ ਕੀ ਨਵੇਂ ਚੇਂਜਸ ਕੀਤੇ ਗਏ ਨੇ, ਕਿੰਨੇ ਕੇ ਬੈਨੀਫਿਟ ਦੇਣਗੇ ਜਾਂ ਕਿੰਨੇ ਕੇ ਇਹਦੇ ਡਰਾਬੈਕ ਹੋ ਸਕਦੇ ਆ? ਤਰਨ, ਫੈਮਿਲੀ ਰੀਯੂਨੀਫਿਕੇਸ਼ਨ ਨੂੰ ਲੈ ਕੇ ਕਰੰਟ ਗਵਰਨਮੈਂਟ and current immigration minister and IRCC are very serious. So ਪਿਛਲੇ ਜਿਹੜੇ ਡਰਾਜ਼ ਹੋਏ ਨੇ ਉਹ ਕਾਫੀ ਘੱਟ ਸੀਗੇ, ਮਤਲਬ 10,000 ਤੇ 30,000 ਦਾ ਡਰਾ ਸੀਗਾ ਬੇਸਿਕਲੀ। ਸੋ ਇਸ ਸਾਲ ਦੀ ਜਿਹੜਾ ਐਕਸਪੈਕਟਡ ਹੈਗਾ ਉਹ ਵੀ 20,000 ਦਾ ਡਰਾ ਦੀ ਐਕਸਪੈਕਟੇਸ਼ਨਸ ਹੈਗੀ ਹੈ। ਹੁਣ ਜਿਹੜੀ ਸਟੂਡੈਂਟ ਜਿਹੜੇ ਲੋਕੀ ਆਪਣੇ ਮਾਪਿਓ ਨੂੰ ਅਪਲਾਈ ਕਰਦੇ ਨੇ ਉਹ ਕਾਫੀ ਵੱਡੀ ਤਾਦਾਦ ਹੈਗੀ, ਉਹ ਲੱਖ ਤੋਂ ਉੱਪਰ ਐਪਲੀਕੈਂਟ ਸੀਗਾ। ਐਂਡ ਕੁਝ ਅੰਕੜਿਆਂ ਦੇ ਹਿਸਾਬ ਨਾਲ ਤਾਂ 2 ਲੱਖ ਦੇ ਉੱਤੇ ਵੀ ਸੀਗੀ। ਬਟ ਜਿਹੜੀ ਲਾਸਟ ਐਪਲੀਕੇਸ਼ਨ ਲੱਗੀ ਸੀਗੀ ਉਹ ਤਕਰੀਬਨ 1,30,000 ਦੇ ਆਸ-ਪਾਸ ਐਪਲੀਕੇਸ਼ਨਸ ਲੱਗੀਆਂ ਸੀਗੀਆਂ 2019 ਦੇ ਵਿੱਚ। ਤੇ ਉਸ ਤੋਂ ਬਾਅਦ 10,000 ਦਾ ਡਰਾ ਹੋਇਆ, ਫਿਰ 30,000 ਦਾ ਡਰਾ ਹੋਇਆ, ਤੇ ਇਸ ਸਾਲ ਐਕਸਪੈਕਟਡ ਹੈਗਾ ਕਿ 20,000 ਦਾ ਡਰਾ ਹੋਏਗਾ। ਹੁਣ ਬਹੁਤ ਸਾਰੇ ਪੇਰੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ 6 ਮਹੀਨੇ ਬਾਅਦ ਜਾਂ 2 ਸਾਲਾਂ ਬਾਅਦ ਐਕਸਟੈਂਸ਼ਨ ਜਿਹਨਾਂ ਨੂੰ ਅਪਲਾਈ ਕਰਨੀ ਪੈਂਦੀ ਹੈ ਸੁਪਰ ਵੀਜ਼ਾ ਵਾਸਤੇ। ਸੋ ਉਸ ਚੀਜ਼ ਨੂੰ ਕਵਰ ਕਰਨ ਵਾਸਤੇ, ਤਾਂ ਕਿ ਜਿਹੜੀਆਂ ਵੈਲਿਊਜ਼ ਤੁਸੀਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਉਹ ਤੁਹਾਡੇ ਪੇਰੈਂਟਸ ਆ ਕੇ ਦਿੰਦੇ ਪਏ ਨੇ। ਸੋ ਜੇ ਇਨਕਮ ਰਿਕੁਆਇਰਮੈਂਟ ਤੁਸੀਂ ਮੀਟ ਕਰ ਰਹੇ ਹੋ ਤੇ ਤੁਹਾਨੂੰ ਬਾਰ-ਬਾਰ ਐਕਸਟੈਂਸ਼ਨ ਅਪਲਾਈ ਕਰਨ ਦੀ ਲੋੜ ਨਹੀਂ। ਇੱਕ ਵਾਰੀ ਵੀਜ਼ਾ ਸੁਪਰ ਵੀਜ਼ਾ ਤੇ ਲੈਂਡ ਕਰ ਗਏ, ਹਾਂ ਇੰਸ਼ੋਰੈਂਸ ਤੁਹਾਨੂੰ ਬਾਏ ਕਰਨੀ ਪੈਣੀ ਹੈ। ਉਹਦੇ ਵਾਸਤੇ ਤੁਸੀਂ 5 ਲੱਖ 5 ਸਾਲ ਤੁਹਾਡੇ ਪੇਰੈਂਟਸ ਰਾਈਟ ਅਵੇ ਤੁਹਾਡੇ ਨਾਲ ਸਟ੍ਰੇਟ ਅਵੇ ਇਨ ਵਨ ਗੋ ਰਹਿ ਸਕਦੇ ਨੇ। ਇਹਦੇ ਵਿੱਚ ਸਰ ਜਿਵੇਂ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ, ਇਹਦੇ ਵਿੱਚ ਵੀ ਕੁਝ ਚੇਂਜਸ ਦੇਖਣ ਨੂੰ ਮਿਲੇ ਨੇ, ਇਹ ਕੀ ਚੇਂਜਸ ਨੇ? ਪਹਿਲੇ ਜਿਹੜੀਆਂ ਕੰਪਨੀਆਂ ਜਿਹੜੀਆਂ ਇੰਸ਼ੋਰੈਂਸ ਪ੍ਰੋਵਾਈਡ ਕਰ ਸਕਦੀਆਂ ਸੀਗੀਆਂ 1 ਮਿਲੀਅਨ ਦੀ ਇੰਸ਼ੋਰੈਂਸ ਚਾਹੀਦੀ ਹੈ ਘੱਟੋ ਘੱਟ ਇਹਦੇ ਵਿੱਚ। ਸੋ ਉਹ ਕੰਪਨੀਆਂ ਜਿਹੜੀਆਂ ਸੀਗੀਆਂ ਸਿਰਫ ਕੈਨੇਡੀਅਨ ਕੰਪਨੀਆਂ ਨੂੰ ਕੋਲ ਅਥਾਰਟੀ ਸੀਗੀ ਕਿ ਉਹ ਸੁਪਰ ਵੀਜ਼ਾ ਵਾਸਤੇ ਇੰਸ਼ੋਰੈਂਸ ਦੇ ਸਕਦੇ ਹੈਗੇ ਨੇ। ਹੁਣ ਜਿਹੜੀ ਇਹ ਚੇਂਜਸ ਆ ਰਹੀਆਂ ਫਰੋਮ 4th of July, ਉਹਦੇ ਨਾਲ ਬਾਹਰ ਦੀਆਂ ਕੰਪਨੀਆਂ, ਸਪੋਜ਼ ਜੇ ਇੰਡੀਆ ਦੀ ਕੰਪਨੀਆਂ ਹੈਗੀਆਂ, ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਤੁਹਾਡਾ ਅਮਾਊਂਟ ਬਣੇਗਾ ਕੀ ਕਹਿੰਦੇ ਆ ਇੰਸ਼ੋਰੈਂਸ ਬਾਏ ਕਰਨ ਵਾਸਤੇ ਉਹ ਬੜਾ ਘੱਟ ਹੋਏਗਾ। ਸੋ ਕਿਉਂਕਿ ਡਾਲਰ ਤੇ ਰੁਪਏ ਦਾ ਫਰਕ ਹੈਗਾ, ਸੋ ਉਹਦੇ ਕਰਕੇ ਹੁਣ ਐਲੀਜੀਬਲ ਉਹ ਕੰਪਨੀਆਂ ਵੀ ਹੋਣਗੀਆਂ। ਤੇ ਉਹਦੇ ਨਾਲ ਕਈ ਕੁਝ ਲੋਕੀ ਕਹਿੰਦੇ ਨੇ ਕਿ ਇੰਡੀਅਨ ਕੰਪਨੀਆਂ ਬੈਟਰ ਹੈਗੀਆਂ, ਕੁਝ ਕੰਪਨੀਆਂ ਲੋਕੀ ਕਹਿੰਦੇ ਨੇ ਕੈਨੇਡੀਅਨ ਕੰਪਨੀਆਂ ਬੈਟਰ ਹੈਗੀਆਂ, ਕੁਝ ਕਹਿੰਦੇ ਕਿ ਇੰਡੀਅਨ ਕੰਪਨੀਆਂ ਦੀ ਮੋਰ ਇਕਨੋਮਿਕਲ ਹੈ, ਕੁਝ ਕਹਿੰਦੇ ਕੈਨੇਡੀਅਨ। ਸੋ ਉਹ ਤੁਸੀਂ ਇਵੈਲੂਏਟ ਕਰ ਸਕੋਗੇ ਕਿ ਕਿਹੜੀਆਂ ਕੰਪਨੀ ਦਾ ਤੁਸੀਂ ਲੈਣਾ। ਬਟ ਇੰਡੀਅਨ ਕੰਪਨੀਆਂ ਵੀ ਐਲੀਜੀਬਲ ਹੋ ਜਾਣਗੀਆਂ ਜਾਂ ਪਾਕਿਸਤਾਨ ਦੀਆਂ ਹਰ ਮੁਲਕ ਦੀਆਂ ਕੰਟਰੀਜ਼ ਐਲੀਜੀਬਲ ਹੋ ਜਾਣਗੀਆਂ। ਕੰਪੀਟੀਸ਼ਨ ਕਾਫੀ ਹਾਈ ਹੋ ਜਾਏਗਾ। ਗੱਲ ਕਰਾਂਗੇ ਨੈਕਸਟ ਕਾਲ, ਇੱਕ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਨਮਸਕਾਰ ਜੀ, ਮੈਂ ਬਰੈਂਪਟਨ ਤੋਂ ਬੋਲ ਰਿਹਾ ਜੀ। ਮੈਂ ਦੱਤਾ ਸਾਹਿਬ ਦਾ ਪ੍ਰੋਗਰਾਮ ਪਿੱਛੇ ਸੁਣਿਆ ਸੀ, ਉਹਦੇ ਜਿਹਨਾਂ ਨੇ ਦੱਸਿਆ ਅਲਬਰਟਾ ਦਾ ਕੋਈ PNP ਪ੍ਰੋਗਰਾਮ ਹੈ ਜਿਹਦੇ ਵਿੱਚ ਕੋਈ ਗ੍ਰੈਜੂਏਟ ਆਦਮੀ ਪਿਛਲੇ 10 ਸਾਲ 'ਚ 2 ਸਾਲ ਕੰਮ ਕੀਤਾ ਹੋਵੇ ਤਾਂ ਉਹ ਇੱਥੇ ਅਪਲਾਈ ਕਰ ਸਕਦਾ। ਮੇਰਾ ਬੇਟਾ ਹੈ, ਮੈਂ ਉਹਦੇ ਬਾਰੇ ਪਤਾ ਕਰਨਾ ਹੈ। ਇਸ ਵੇਲੇ 2 ਸਾਲ ਤੋਂ ਉਹ ਕੰਮ 'ਚ ਨਹੀਂ ਹੈ, ਕੋਵਿਡ ਦੀ ਵਜ੍ਹਾ ਕਰਕੇ ਕੰਮ ਜਿਹੜਾ ਚਲਾ ਗਿਆ। ਲੇਕਿਨ ਪਿਛਲੇ ਕਾਫੀ ਦੇਰ ਉਹਨੇ ਕੰਮ ਕੀਤਾ ਐਜ਼ ए प्रोडक्ट मैनेजर और सेल्स मैनेजर, और ਉਹਨੇ B.Tech ਕੀਤੀ ਹੋਈ ਹੈ ਇਲੈਕਟ੍ਰੋਨਿਕਸ 'ਚ। ਉਹਦੇ ਬਾਰੇ ਮੈਂ ਪੁੱਛਣਾ ਆਪਾਂ ਟੀਵੀ ਤੇ ਆਨਸਰ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਪੁੱਛਣਾ ਸੀ, ਤੁਹਾਡੇ ਨਾਲ ਇੱਕ ਬੇਟੀ ਆਈ ਸੀ ਵਿਆਹ ਕਰਾ ਕੇ ਇੰਡੀਆ ਤੋਂ, 3 ਸਾਲ ਉਹਨਾਂ ਦੀ ਕੋਈ ਫੈਮਿਲੀ ਪ੍ਰੋਬਲਮ, ਉਹਦਾ ਡਿਵੋਰਸ ਦਾ ਚੱਲ ਰਿਹਾ। ਜੇ ਉਹਨੇ ਦੁਬਾਰਾ ਇੰਡੀਆ 'ਚ ਵਿਆਹ ਕਰਾਉਣਾ ਹੋਵੇ ਤਾਂ ਕਿੰਨੀ ਦੇਰ ਬਾਅਦ ਉਹ ਫਾਈਲ ਲਾ ਸਕਦੀ ਆ ਆਪਣੇ ਪਾਸ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਠੀਕ ਹੈ ਜੀ। ਐਲਬਰਟਾ PNP ਦੇ ਬਾਰੇ ਵਿੱਚ ਪਹਿਲਾਂ ਜਾਣਨਾ ਚਾਹੁੰਦੇ ਸੀਗੇ ਜੀ। ਓਕੇ ਜੀ, ਅੱਜ ਦੀ ਤਰੀਕ ਦੇ ਵਿੱਚ PNP ਪ੍ਰੋਗਰਾਮਸ ਬਹੁਤ ਅੱਛੇ ਚੱਲ ਰਹੇ ਨੇ। ਐਂਡ ਜੇ ਐਲਬਰਟਾ ਪ੍ਰੋਗਰਾਮ ਦੀ ਗੱਲ ਕਰੀਏ, ਐਲਬਰਟਾ ਐਡਵਾਂਟੇਜ ਪ੍ਰੋਗਰਾਮ ਚੱਲ ਰਿਹਾ। ਉਹਦੇ ਵਿੱਚ 3 ਬੇਸਿਕ ਰਿਕੁਆਇਰਮੈਂਟਸ ਹੈਗੀਆਂ। ਪਹਿਲੀ ਰਿਕੁਆਇਰਮੈਂਟ ਹੈਗੀ ਹੈ ਜੀ ਕਿ ਤੁਹਾਡੇ ਐਪਲੀਕੈਂਟ ਦੇ ਕੋਲ ਬੈਚਲਰਸ ਦੀ ਡਿਗਰੀ ਅਸੈਸਮੈਂਟ ਜ਼ਰੂਰ ਹੋਣੀ ਚਾਹੀਦੀ ਹੈ। ਸੋ ਵੈਸ ਆਈਕੈਸ ਤੋਂ ਉਹਨੂੰ ਬੈਚਲਰਸ ਦੀ ਅਸੈਸਮੈਂਟ ਮਿਲੀ ਹੋਣੀ ਚਾਹੀਦੀ ਹੈ। ਦੂਸਰੀ ਰਿਕੁਆਇਰਮੈਂਟ ਹੈਗੀ ਆਈਲੈਟ ਦੀ। ਉਹਦੇ ਕੋਲ 6 ਬੈਂਡਸ ਈਚ ਦਾ ਆਈਲੈਟ ਘੱਟੋ ਘੱਟ ਜ਼ਰੂਰ ਹੋਣਾ ਚਾਹੀਦਾ। ਰੀਡਿੰਗ ਰਾਈਟਿੰਗ ਸਪੀਕਿੰਗ ਲਿਸਨਿੰਗ ਦੇ ਵਿੱਚ ਮਿਨੀਮਮ 6 ਬੈਂਡਸ ਈਚ ਜ਼ਰੂਰ ਹੋਣੇ ਚਾਹੀਦੇ ਨੇ। ਤੀਸਰਾ ਰਿਕੁਆਇਰਮੈਂਟ ਹੈਗਾ ਕਿ ਪਿਛਲੇ 10 ਸਾਲਾਂ ਦੇ ਵਿੱਚ ਉਹਦੇ ਕੋਲ 2 ਸਾਲ
ਸਾਲ ਦਾ ਐਕਸਪੀਰੀਅੰਸ ਉਸ ਫੀਲਡ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਚੌਥੀ ਰਿਕੁਆਇਰਮੈਂਟ ਹੈਗੀ ਕਿ ਕੈਨੇਡੀਅਨ ਇੰਪਲੋਇਰ ਉਹਨਾਂ ਨੂੰ ਜੌਬ ਆਫਰ ਦੇ ਰਿਹਾ ਤੇ ਉਹ ਜੌਬ ਆਫਰ ਦੇ ਨਾਲ ਤੁਸੀਂ ਉਹ ਤਕਰੀਬਨ 6 ਵੀਕਸ ਦੇ ਵਿੱਚ ਇਨਵੀਟੇਸ਼ਨ ਮਿਲ ਸਕਦਾ ਹੈਗਾ। 6 ਵੀਕ ਦੇ ਵਿੱਚ ਜੇ ਇੰਪਲੋਇਰ ਹੈਗਾ ਤੇ 6 ਵੀਕ ਦੇ ਵਿੱਚ ਤੁਹਾਡੇ ਇਨਵੀਟੇਸ਼ਨ ਲੱਗ ਕੇ PR ਐਂਡ ਵਰਕ ਪਰਮਿਟ ਦੀ ਐਪਲੀਕੇਸ਼ਨ ਦੋਨੋਂ ਲੱਗ ਸਕਦੀਆਂ ਹੈਗੀਆਂ। ਸੋ ਇਹ ਇਸ ਤਰ੍ਹਾਂ ਦਾ ਪ੍ਰੋਗਰਾਮ ਵਰਕ ਕਰਦਾ। ਇਸੇ ਤਰ੍ਹਾਂ ਜਿਹੜਾ ਕਿਊਬੈਕ ਦਾ ਪ੍ਰੋਗਰਾਮ ਅਸੀਂ ਸੈਸਕੈਚੁਅਨ ਦੀ ਗੱਲ ਕਰ ਰਹੇ ਸੀ, ਸੈਸਕੈਚੁਅਨ ਦੀ ਪ੍ਰੋਗਰਾਮ ਹੋਰ ਵੀ ਰਿਕੁਆਇਰਮੈਂਟਸ ਈਜ਼ਡ ਹੈਗੀਆਂ। ਉਹਦੇ ਵਿੱਚ ਹੈਗਾ ਜੀ ਕਿ ਤੁਹਾਡੇ ਕੋਲ ਇੰਪਲੋਇਰ ਹੋਣਾ ਚਾਹੀਦਾ, ਮਿਨੀਮਮ ਗ੍ਰੇਡ 12 ਤੁਹਾਡੇ ਕੋਲ ਐਪਲੀਕੈਂਟ ਦੇ ਕੋਲ ਹੋਣੀ ਚਾਹੀਦੀ ਹੈ, ਮਿਨੀਮਮ 4 ਬੈਂਡ ਆਈਲੈਟ ਦੇ ਹੋਣੇ ਚਾਹੀਦੇ ਨੇ, ਪਿਛਲੇ 10 ਸਾਲਾਂ ਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਿਸ ਫੀਲਡ ਦੇ ਵਿੱਚ ਤੁਹਾਨੂੰ ਜੌਬ ਆਫਰ ਮਿਲਦੀ ਪਈ ਹੈ। ਸੋ ਆ PNP ਪ੍ਰੋਗਰਾਮਸ ਐਂਡ ਸੈਸਕੈਚੁਅਨ ਜਿਹੜਾ PNP ਪ੍ਰੋਗਰਾਮ ਹੈ ਵਿਦਿਨ 3 to 4 ਵੀਕਸ ਤੁਹਾਨੂੰ PNP ਸਰਟੀਫਿਕੇਟ ਇਸ਼ੂ ਹੋ ਜਾਂਦਾ ਹੈ। ਵਿਦਿਨ 24 ਆਵਰਸ ਇੰਪਲੋਇਰ ਦਾ ਸਰਟੀਫਿਕੇਸ਼ਨ ਐਲੀਜੀਬਲ ਹੋ ਜਾਂਦਾ ਆ ਐਂਡ ਉਸ ਤੋਂ ਬਾਅਦ ਤੁਸੀਂ ਆਪਣੇ ਡਾਕੂਮੈਂਟਸ ਐਪਲੀਕੈਂਟ ਦੇ ਉੱਪਰ ਸਬਮਿਟ ਕਰਨੇ ਹੁੰਦੇ ਆ ਐਂਡ ਵਿਦਿਨ 2 to 3 ਵੀਕਸ ਤੁਹਾਡਾ PNP ਸਰਟੀਫਿਕੇਟ ਇਸ਼ੂ ਹੋ ਜਾਂਦਾ। ਸੋ ਇੰਨੀ ਫਾਸਟ ਅੱਜ ਦੀ ਤਰੀਕ ਦੇ ਵਿੱਚ PNP ਪ੍ਰੋਗਰਾਮਸ ਵਰਕ ਕਰ ਰਹੇ ਨੇ। ਸੋ ਐਬਸੋਲੂਟਲੀ ਜੀ ਜਿਹੜੇ ਲੋਕੀ ਕੁਆਲੀਫਾਈ ਕਰਦੇ ਨੇ, ਜਿਨ੍ਹਾਂ ਕੋਲ ਜੌਬ ਆਫਰ ਹੈਗੀਆਂ ਨਾ ਦੋਨਾਂ ਪ੍ਰੋਵਿੰਸਿਸ ਦੇ ਵਿੱਚ ਜਾਂ ਫਿਰ ਜਿਨ੍ਹਾਂ ਦੇ ਈਵਨ ਰਿਲੇਟਿਵਸ ਰਹਿੰਦੇ ਪਏ ਨੇ ਸੈਸਕੈਚੁਅਨ ਦੀ ਵੀ, ਉਹ ਵੀ PNP ਬੜੀ ਜਲਦੀ ਪ੍ਰੋਸੈਸ ਹੋ ਸਕਦਾ। ਸੋ ਡਿਟੇਲਸ ਲੈਣ ਵਾਸਤੇ ਜੇ ਕਿਸੇ ਵੀ ਕਿਸੇ ਵੀ ਐਪਲੀਕੈਂਟ ਦਾ, ਕਿਸੇ ਵੀ ਦੋਸਤ ਦਾ ਜਾਂ ਵਿਊਅਰ ਹੈਗਾ ਸਾਡਾ, ਜੇ ਤੁਹਾਡਾ ਕੋਈ ਰਿਲੇਟਿਵ ਸੈਸਕੈਚੁਅਨ ਦੇ ਵਿੱਚ ਰਹਿੰਦਾ ਪਿਆ ਹੈ, ਤੁਹਾਨੂੰ ਜੌਬ ਆਫਰ ਦੀ ਵੀ ਲੋੜ ਨਹੀਂ, ਤੁਸੀਂ ਸਟ੍ਰੇਟ PNP ਵਾਸਤੇ ਐਲੀਜੀਬਲ ਹੈਗੇ ਹੋ ਅੰਡਰ ਦਿਸ ਪ੍ਰੋਗਰਾਮ। ਸੋ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਜੀ ਬਿਲਕੁਲ। ਨੈਕਸਟ ਸੀਗਾ ਕਿ ਫੈਮਿਲੀ ਪ੍ਰੋਬਲਮ ਦੇ ਚੱਲਦਿਆਂ ਕੁਝ ਡਿਵੋਰਸ ਹੋ ਰਿਹਾ ਵਾ, ਦੁਬਾਰਾ ਮੈਰਿਜ ਕਰਨ ਤੋਂ ਬਾਅਦ ਕਦੋਂ ਤੱਕ ਜਿਹੜੀ ਆ ਫਾਈਲ ਲਗਾਈ ਜਾ ਸਕਦੀ ਹੈ? ਸੋ ਓਕੇ, ਪਹਿਲੇ ਤਾਂ ਡਾਈਵੋਰਸ ਹੋਣਾ ਚਾਹੀਦਾ ਜੀ ਐਂਡ ਡਾਈਵੋਰਸ ਹੋਣ ਤੋਂ ਬਾਅਦ ਬਿਕੋਜ਼ ਜਦੋਂ ਤੁਸੀਂ ਅਗਲੀ ਐਪਲੀਕੇਸ਼ਨ ਲਗਾਉਣੀ ਹੈ ਆਫਿਸਰ ਨੇ 3-4 ਚੀਜ਼ਾਂ ਬੜੀਆਂ ਕ੍ਰਿਟੀਕਲੀ ਦੇਖਣੀਆਂ ਹੈਗੀਆਂ ਕਿ ਤੁਸੀਂ ਕਿੰਨੇ ਚਿਰ ਨਾਲ ਵਸੇ ਹੈਗੇ ਹੋ, ਤੁਹਾਡਾ ਬੋਨ ਆਫ ਕੰਟੈਂਸ਼ਨ ਕਿਉਂ ਆਇਆ, ਤੁਹਾਡੇ ਡਿਫਰੈਂਸਿਸ ਕਿਉਂ ਆਏ, ਤੁਹਾਡੀ ਸਬਮਿਸ਼ਨਸ ਜਦੋਂ ਵੀ ਲੱਗਣੀਆਂ ਹੈਗੀਆਂ ਉਹਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਐਕਸਪਲੇਨ ਚੰਗੀ ਤਰ੍ਹਾਂ ਕਰਨੀਆਂ ਹੈਗੀਆਂ। ਸੋ 5 ਸਾਲ ਦਾ ਗੈਪ ਤੁਹਾਨੂੰ ਚਾਹੀਦਾ ਹੈਗਾ ਆ ਐਪਲੀਕੇਸ਼ਨ ਨੂੰ ਅਪਲਾਈ ਕਰਨ ਵਾਸਤੇ। ਸੋ ਐਸੇ ਵਾਸਤੇ ਆਪਣੇ ਪਰਟੀਕੂਲਰ ਸਰਕਮਸਟੈਂਸਿਸ ਇੱਕ ਵਾਰੀ ਸਾਨੂੰ ਆਫਿਸ ਦੇ ਵਿੱਚ ਕਾਲ ਕਰਕੇ ਡਿਸਕਸ ਕਰ ਸਕਦੇ ਐਂਡ ਵੀ ਕੈਨ ਗਾਈਡ ਯੂ ਕਿ ਕਿਸ ਤਰ੍ਹਾਂ ਤੁਹਾਡੀ ਐਪਲੀਕੇਸ਼ਨ ਤੁਹਾਨੂੰ ਪੁੱਟ ਅਪ ਕਰਨੀ ਚਾਹੀਦੀ ਹੈ। ਬਾਕੀ ਤੁਹਾਡੀ ਸਬਮਿਸ਼ਨ ਬੜੀਆਂ ਸਟਰੋਂਗ ਹੋਣੀਆਂ ਚਾਹੀਦੀਆਂ ਤਾਂ ਕਿ ਆਫਿਸਰ ਨੂੰ ਕਲੀਅਰਲੀ ਨਜ਼ਰ ਆਏ ਕਿ ਨਾ ਪਹਿਲੀ ਮੈਰਿਜ ਆਫ ਕਨਵੀਨੀਅੰਸ ਸੀਗੀ ਕੈਨੇਡਾ ਆਉਣ ਵਾਸਤੇ ਜਾਂ ਲਿਆਉਣ ਵਾਸਤੇ ਕੀਤੀ ਕਿਸੇ, ਨਾ ਆ ਮੈਰਿਜ ਆਫ ਕਨਵੀਨੀਅੰਸ ਹੈਗੀ ਹੈ। ਸੋ ਆ ਸਾਰੀਆਂ ਚੀਜ਼ਾਂ ਤੁਹਾਡੇ ਆ ਨਹੀਂ ਕਿ ਡਿਵੋਰਸ ਹੋ ਗਿਆ ਤੇ ਦੈਟ ਮੀਨਸ ਕਿ ਤੁਹਾਡੀ ਬਣੀ ਨਹੀਂ ਹੈਗੀ ਮਤਲਬ ਉਹਦੇ ਕੁਝ ਸਰਕਮਸਟੈਂਸਿਸ ਸੀਗੇ ਇਹੋ ਜਿਹੇ, ਉਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਐਕਸਪਲੇਨ ਕਰਨੀਆਂ ਜ਼ਰੂਰੀ ਹੈ। ਬਿਲਕੁਲ ਜੀ। ਆਪਾਂ ਵਾਪਸ ਆਪਣੇ ਟੌਪਿਕ ਦੇ ਉੱਤੇ ਆਈਏ। ਇੰਸ਼ੋਰੈਂਸ ਤੋਂ ਬਾਅਦ ਆਪਾਂ ਸੁਪਰ ਵੀਜ਼ਾ ਦੀ ਗੱਲ ਕਰ ਰਹੇ ਸੀ ਕਿ ਸਰ ਜਿਹੜਾ ਇਹਨਾਂ ਨੇ 5 ਸਾਲ ਸਟੇ ਕਰਨ ਦਾ ਆਰਡਰ ਦਿੱਤਾ ਆ, ਸੋ ਉਹਦੇ ਵਿੱਚ ਸਿੱਧਾ 에ਅਰਪੋਰਟ ਤੋਂ ਆਉਂਦਿਆਂ ਲਈ ਕੀ ਚਾਹੀਦਾ ਹੋਏਗਾ, ਕਿ ਕੋਈ ਚੇਂਜਸ ਵੀ ਆਏ ਨੇ ਜਾਂ ਤੁਹਾਨੂੰ ਸਿੱਧਾ ਹੀ ਉੱਥੇ 에ਅਰਪੋਰਟ ਦੇ ਉੱਤੇ 5 ਸਾਲ ਦਾ ਤੁਹਾਨੂੰ ਦਿੱਤਾ ਜਾਏਗਾ? ਬਿਲਕੁਲ ਤਰਨ, ਐਟ ਦਾ ਪੋਰਟ ਆਫ ਐਂਟਰੀ ਤੁਹਾਨੂੰ ਇੰਸ਼ੋਰੈਂਸ ਪ੍ਰੈਜ਼ੈਂਟ ਕਰਨੀ ਹੈ, ਦੈਨ ਉੱਥੇ ਹੀ ਤੁਹਾਨੂੰ ਬਟ ਨਵੇਂ ਐਪਲੀਕੈਂਟਸ ਵਾਸਤੇ ਹੈਗਾ ਜਿਹੜੇ 4 ਜੁਲਾਈ ਤੋਂ ਬਾਅਦ ਐਪਲੀਕੇਸ਼ਨ ਹਾਂਜੀ, ਤਾਂ ਉਹਦੇ ਵਿੱਚ ਤੁਸੀਂ 5 ਇਅਰਸ ਦਾ ਸਟੇ ਲੈ ਸਕਦੇ ਹੈਗੇ। ਜੀ ਬਿਲਕੁਲ। ਤੇ ਸਰ ਇਹਦੇ ਵਿੱਚ ਕੀ ਇਹ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਇੱਕ ਤਾਂ ਵੈਸੇ ਬੈਕਲੌਗ ਬਹੁਤ ਜ਼ਿਆਦਾ ਸੀ, ਉਹਨੂੰ ਥੋੜਾ ਜਿਹਾ ਘੱਟ ਕੀਤਾ ਜਾਏਗਾ, ਬਾਰ-ਬਾਰ ਇਹਨਾਂ ਐਪਲੀਕੇਸ਼ਨਸ ਦਾ ਬੋਝ ਨਹੀਂ ਪਏਗਾ। ਦੂਜਾ ਜਿਵੇਂ ਹਜੇ ਪੇਰੈਂਟਸ ਦਾ ਡਰਾ ਨਹੀਂ ਆਇਆ ਹੈਗਾ, ਜੇ ਵਿੱਚ ਕੀ ਇਹ ਚਾਂਸਸ ਹੈਗਾ ਕਿ ਪੇਰੈਂਟਸ ਦੇ ਡਰਾ ਵਿੱਚ ਨੰਬਰ ਹੋਰ ਜ਼ਿਆਦਾ ਘੱਟ ਕੀਤੇ ਜਾ ਸਕਦੇ ਆ? ਨਹੀਂ ਤਰਨ, ਇੱਦਾਂ ਲੱਗ ਨਹੀਂ ਰਿਹਾ ਐਜ਼ ਆਫ ਟੂਡੇ ਬਿਕੋਜ਼ ਫੈਮਿਲੀ ਰੀਯੂਨੀਫਿਕੇਸ਼ਨ ਦੇ ਉੱਤੇ ਕਾਫੀ ਚਿਰ ਤੋਂ ਗੱਲਬਾਤ ਚੱਲ ਰਹੀ ਸੀਗੀ ਐਂਡ ਆ ਵੀ ਜਿਹੜਾ ਬਿੱਲ ਜਿਹੜਾ ਹੈਗਾ ਆ ਸਾਡੇ ਕੀ ਡਫਰਿਨ ਐਂਡ ਕੈਲਡਨ ਦੇ MP ਨੇ ਪੁੱਟ ਅਪ ਕੀਤਾ ਸੀਗਾ ਕਾਇਲ ਨੇ, ਸੋ ਉਹਨੇ ਐਪਲੀਕੇਸ਼ਨ ਇਹਦੇ ਉੱਤੇ ਕੰਮ ਕੀਤਾ ਹੈਗਾ। ਸੋ ਉਹਦੇ ਕਰਕੇ ਆ ਚੇਂਜਸ ਅਨਾਉਂਸ ਫਾਈਨਲੀ ਹੋਈਆਂ ਜੀ। 5 ਸਾਲ ਦਾ ਜਿਹੜਾ ਸਟੇ ਦੀ ਗੱਲ ਕੀਤੀ। ਇਸ ਤੋਂ ਬਾਅਦ ਜੇਕਰ ਕਿਸੇ ਨੇ ਕਰਨਾ ਹੋਵੇ ਤਾਂ ਅੱਗੇ ਐਕਸਟੈਂਸ਼ਨ ਪਾਈ ਜਾ ਸਕਦੀ ਹੈ ਤੇ ਕਿੰਨੇ ਚਿਰ ਦੀ ਮਿਲ ਸਕਦੀ ਹੈ? ਬਿਲਕੁਲ ਤਰਨ, 2-2 ਸਾਲ ਦੀਆਂ ਐਕਸਟੈਂਸ਼ਨ ਮਿਲ ਸਕਦੀਆਂ ਹੈਗੀਆਂ। ਸੋ ਸਟ੍ਰੇਟ ਅਵੇ 7 ਸਾਲ ਤੋਂ 9 ਸਾਲ ਤੇ ਐਪਲੀਕੈਂਟ ਲੈ ਸਕਦੇ ਨੇ। 7 ਸਾਲ ਦੀ ਗੱਲ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ 7 ਸਾਲ ਤੋਂ ਬਾਅਦ ਨਾਰਮਲੀ ਪੇਰੈਂਟਸ ਕਹਿਣਗੇ ਮੈਨੂੰ ਇੱਕ ਵਾਰੀ ਵਾਪਸ ਜਾਣ ਦੇ। 5 ਸਾਲ ਵੀ ਇਜ਼ ਟੂ ਮਚ ਅ ਟਾਈਮ ਬਿਕੋਜ਼ ਪੇਰੈਂਟਸ 2 ਸਾਲ ਵਾਜ਼ ਗੁੱਡ ਇਨਫ ਟਾਈਮ। 2 ਸਾਲ ਬਾਅਦ ਪੇਰੈਂਟਸ ਦਾ ਵੀ ਚੇਂਜ ਹੋ ਜਾਂਦਾ ਸੀ, ਘਰ ਜਾ ਕੇ ਮਨ ਵੀ ਲੱਗ ਜਾਂਦਾ ਸੀ, ਘਰ ਵੀ ਦੇਖ ਆਉਂਦੇ ਸੀਗੇ, ਰਿਸ਼ਤੇਦਾਰਾਂ ਨੂੰ ਵੀ ਮਿਲ ਆਉਂਦੇ ਸੀਗੇ। ਐਬਸੋਲੂਟਲੀ। ਸੋ ਯੈਸ, ਉਸ ਚੀਜ਼ਾਂ ਨੂੰ ਦੇਖਦਿਆਂ ਹੋਇਆ ਬਟ 5 ਸਾਲ ਜੇ ਬੱਚਿਆਂ ਵਾਸਤੇ ਅਸੀਂ ਸੋਚੀਏ ਕਿ ਬੱਚਿਆਂ ਦੇ ਫਿਊਚਰ ਵਾਸਤੇ, ਬੱਚਿਆਂ ਨੂੰ ਅਸੀਂ ਜਿਹੜੇ ਕਲਚਰ ਦੇਣ ਦੀ ਗੱਲ ਕਰਦੇ ਹਾਂ, ਜਿਹੜੇ ਅਸੀਂ ਵੈਲਿਊਜ਼ ਦੇਣ ਦੀ ਗੱਲ ਕਰਦੇ ਹਾਂ, ਉਹਦੇ ਵਾਸਤੇ 5 ਸਾਲ ਇਜ਼ ਅ ਵੈਰੀ ਗੁੱਡ ਟਾਈਮ। ਬਿਲਕੁਲ ਜੀ। ਤੇ ਸਰ ਮੈਂ ਇਹ ਵੀ ਇੱਕ ਖਬਰ ਦੇਖ ਰਹੀ ਸੀਗੀ ਹੁਣੇ, ਕਹਿੰਦੇ ਨਿਊ ਬ੍ਰੰਸਵਿਕ ਐਕਸਪ੍ਰੈਸ ਐਂਟਰੀ ਸਟ੍ਰੀਮ ਪੌਜ਼ਡ ਡਿਊ ਟੂ ਫਲੱਡ ਆਫ ਇੰਟਰਸਟ, ਪੌਜ਼ ਕਰ ਦਿੱਤਾ ਗਿਆ ਇਹਨੂੰ। ਤਰਨ, ਉਹਦੇ ਵਿੱਚ ਬਹੁਤ ਸਾਰੀਆਂ ਐਪਲੀਕੇਸ਼ਨਸ ਲੱਗ ਰਹੀਆਂ ਸੀਗੀਆਂ ਐਂਡ ਅੱਜ ਦੀ ਤਰੀਕ ਦੇ ਵਿੱਚ PNPs ਦੇ ਉੱਤੇ ਬਿਕੋਜ਼ ਓਕੇ ਤਰਨ, ਸਭ ਤੋਂ ਪਹਿਲਾਂ ਇੱਕ ਚੀਜ਼ ਅੰਡਰਸਟੈਂਡ ਕਰਨੀ ਹੈ ਕਿ PNPs ਦੇ ਵਿੱਚ ਘੱਟ ਐਜੂਕੇਸ਼ਨ, ਵੱਧ ਏਜ, ਘੱਟ ਆਈਲੈਟ ਸਕੋਰ ਦੇ ਨਾਲ ਤੁਹਾਡੀ PR ਪੋਸੀਬਲ ਹੈ। ਓਕੇ ਰਾਈਟ। ਸੋ ਇਹ ਕਿਸੇ ਇੱਕ ਪ੍ਰੋਵਿੰਸ ਦੀ ਆ ਜਾਂ ਮੈਜੋਰਟੀ ਆਫ ਦਾ ਪ੍ਰੋਵਿੰਸ? ਅੱਜ ਦੀ ਤਰੀਕ ਦੇ ਵਿੱਚ ਸਾਰੇ ਪ੍ਰੋਵਿੰਸਸ ਆਰ ਲੋਡਡ ਵਿਦ ਐਪਲੀਕੇਸ਼ਨਸ। ਈਵਨ ਓਨਟਾਰੀਓ ਦੀ ਗੱਲ ਕਰੀਏ, ਦੇ ਆਰ ਬੰਬਾਰਡਡ ਵਿਦ ਐਪਲੀਕੇਸ਼ਨਸ ਐਂਡ
ਐਸੇ ਕਰਕੇ ਓਨਟਾਰੀਓ ਨੇ ਲੈਟਰਸ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ, ਰਾਦਰ ਦੈਨ ਹਰ ਪ੍ਰੋਵਿੰਸ ਨੇ ਲੈਟਰ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਵੀ ਆਰ ਬੋਗਲਡ ਵਿਦ ਦਾ ਨੰਬਰ ਆਫ ਐਪਲੀਕੇਸ਼ਨਸ ਵੀ ਆਰ ਰਿਸੀਵਿੰਗ, ਐਂਡ ਉਹਦੇ ਕਰਕੇ ਸਾਨੂੰ ਪ੍ਰੋਸੈਸਿੰਗ ਟਾਈਮ ਵਧਾਉਣਾ ਪੈਂਦਾ। ਐਂਡ ਇਸੇ ਕਰਕੇ ਇਹ ਪ੍ਰੋਗਰਾਮ ਦੇ ਵਿੱਚ ਪੌਜ਼ ਲਿਆਏ ਗਏ ਨਾ, ਬਿਕੋਜ਼ ਜਿਹੜਾ ਬੈਕਲੌਗ ਹੈਗਾ ਉਹ ਬਹੁਤ ਵੱਧ ਗਿਆ ਹੈਗਾ ਇਸ ਟਾਈਮ ਤੇ, ਐਂਡ ਜਿਹੜਾ ਪ੍ਰੋਸੈਸਿੰਗ ਟਾਈਮ ਸੀਗਾ 6 ਤੋਂ 8 ਮਹੀਨੇ ਦਾ ਹੋ ਗਿਆ ਸੀਗਾ ਨਿਊ ਬ੍ਰੰਸਵਿਕ ਦਾ ਵੀ। ਸੋ ਇਸੇ ਕਰਕੇ ਇਹ ਪੌਜ਼ ਲਿਆਏ ਹੈਗੇ ਨੇ। ਐਂਡ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ PNP ਦਾ ਫਾਇਦਾ ਚੱਕਦੇ ਪਏ ਹੋ, ਜਿਹੜੇ ਹੋ ਰਹੇ ਨੇ ਗ੍ਰੈਬ ਦੋਜ਼ ਓਪਰਚੁਨਿਟੀਜ਼, ਐ ਨਹੀਂ ਕਿ ਉਸ ਪ੍ਰੋਵਿੰਸ ਦੇ ਉੱਤੇ ਬੈਠੇ ਰਹੋ। ਹੁਣ ਇਹ ਪੌਜ਼ ਜਿਹੜਾ ਹੈਗਾ ਪਤਾ ਨਹੀਂ 1 ਸਾਲ ਦਾ ਰਹਿੰਦਾ, 6 ਮਹੀਨੇ ਦਾ ਰਹਿੰਦਾ, 2 ਮਹੀਨੇ ਦਾ ਰਹਿੰਦਾ ਜਾਂ 3 ਸਾਲ ਦਾ ਰਹਿੰਦਾ ਹੈਗਾ, ਟਾਈਮ ਵਿਲ ਟੈਲ। ਸੋ ਅੱਜ ਦੀ ਤਰੀਕ ਦੇ ਵਿੱਚ ਗ੍ਰੈਬ ਦਾ ਓਪਰਚੁਨਿਟੀ ਜਿਹੜੀ ਮਿਲ ਰਹੀ ਹੈਗੀ। ਐਂਡ ਈਵਨ ਜੇ ਕੋਈ ਵਿਜ਼ਿਟ ਵੀਜ਼ਾ ਤੇ ਕੈਨੇਡਾ ਹੈਗਾ ਤਰਨ, ਉਹਨਾਂ ਨੂੰ ਤੇ ਸੋਚਣਾ ਵੀ ਨਹੀਂ ਚਾਹੀਦਾ ਕਿ ਉਹਨਾਂ ਨੂੰ ਕੋਈ ਨੌਕ C ਦੀ ਨੌਕ D ਦੀ ਜੌਬ ਮਿਲਦੀ ਹੈ। ਗ੍ਰੈਬ ਦੈਟ ਓਪਰਚੁਨਿਟੀ। ਹੁਣ ਕੇਅਰ ਗਿਵਰ ਦੀਆਂ ਬਹੁਤ ਸਾਰੀਆਂ ਐਪਲੀਕੈਂਟਸ ਇਹੋ ਜਿਹੇ ਹੈਗੇ ਨੇ ਤਰਨ, ਜਿਹੜੇ ਕੇਅਰ ਗਿਵਰ ਦੇ ਤੌਰ ਤੇ ਕੈਨੇਡਾ ਆਏ ਹੋਏ ਨੇ। ਇਹ ਨਵੇਂ ਪ੍ਰੋਗਰਾਮ ਦੇ ਵਿੱਚ ਨਹੀਂ ਆਏ, ਪੁਰਾਣੇ ਪ੍ਰੋਗਰਾਮ ਦੇ ਵਿੱਚ ਆਏ ਨੇ। ਸੋ ਉਹਦੇ ਵਿੱਚ TR to PR ਦੇ ਵਿੱਚ ਤਾਂ ਐਪਲੀਕੇਸ਼ਨ ਲੱਗ ਗਈ ਉਹਨਾਂ ਦੀ PR ਵਾਸਤੇ। ਹੁਣ ਅੱਗੇ ਨਹੀਂ ਪਤਾ ਕਿ ਕੋਈ ਹੋਰ ਇਹੋ ਜਿਹਾ ਪ੍ਰੋਗਰਾਮ ਆ ਰਿਹਾ ਜਿਹੜਾ ਕੇਅਰ ਗਿਵਰਸ ਨੂੰ ਪ੍ਰਮੋਟ ਕਰੇਗਾ, ਜਿਹੜੇ ਪਹਿਲੇ ਦੇ ਆਏ ਹੋਏ ਨੇ, ਪ੍ਰੀਵੀਅਸ ਪ੍ਰੋਗਰਾਮ ਦੇ ਆਏ ਹੋਏ ਨੇ। ਹੁਣ ਉਹ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜਾ ਨਹੀਂ ਸਕਦੇ। ਸੋ ਉਹਨਾਂ ਸਾਰੇ ਐਪਲੀਕੈਂਟਸ ਨੂੰ ਸੋਚਣਾ ਚਾਹੀਦਾ ਹੈ ਕਿ ਮੇਰੀ PR ਕਿਸ ਤਰ੍ਹਾਂ ਹੋਏਗੀ, ਡੂ ਆਈ ਹੈਵ ਸੋ ਜੇ PR ਉਸ ਪ੍ਰੋਗਰਾਮ ਦੇ ਵਿੱਚ ਨਹੀਂ ਹੋ ਰਹੀ ਐਜ਼ ਅ ਕੇਅਰ ਗਿਵਰ, ਤੇ ਗ੍ਰੈਬ ਅਨਦਰ ਓਪਰਚੁਨਿਟੀ। ਉਹ ਓਪਰਚੁਨਿਟੀ ਲੈ ਕੇ ਕੰਮ ਕਰੋ, 1 ਸਾਲ ਬਾਅਦ ਕੰਮ ਕਰਕੇ PNP ਦੇ ਵਿੱਚ ਆਪਣੀ ਕੁਆਲੀਫਿਕੇਸ਼ਨ ਲੈ ਲਓ। ਹੁਣ ਬਹੁਤ ਸਾਰੇ ਐਪਲੀਕੈਂਟਸ ਕੇਅਰ ਗਿਵਰ ਦੇ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਪੁਰਾਣੇ ਸਿਸਟਮ ਦੇ ਵਿੱਚ 12ਵੀਂ ਕਰਕੇ ਆਏ ਹੋਏ ਨੇ। ਹੁਣ ਨਵੇਂ ਸਿਸਟਮ ਦੇ ਅੰਦਰ 12ਵੀਂ ਵਾਲੇ ਤੇ ਐਪਲੀਕੈਂਟਸ ਕੁਆਲੀਫਾਈ ਨਹੀਂ ਕਰਦੇ, ਬਿਕੋਜ਼ 12ਵੀਂ ਤੋਂ ਬਾਅਦ ਘੱਟੋ ਘੱਟ ਇੱਕ ਡਿਪਲੋਮੇ ਦੀ ਜਾਂ 1 ਸਾਲ ਦੀ ਐਜੂਕੇਸ਼ਨ ਦੀ ਉਹਨਾਂ ਨੂੰ ਅਸੈਸਮੈਂਟ ਜ਼ਰੂਰ ਮਿਲਣੀ ਚਾਹੀਦੀ ਹੈ, ਤਾਂ ਉਹ PR ਵਾਸਤੇ ਐਲੀਜੀਬਲ ਹੋਣਗੇ ਅੰਡਰ ਦਾ ਨਿਊ ਪ੍ਰੋਗਰਾਮ। ਹੁਣ ਉਹ ਨਵੀਂ ਡਿਗਰੀ ਤਾਂ ਲੈ ਨਹੀਂ ਸਕਦੇ। ਹੁਣ ਜੇ ਉਹਨਾਂ ਨੂੰ PR ਲੈਣੀ ਹੈ, ਦੇ ਸ਼ੁੱਡ ਬੀ ਥਿੰਕਿੰਗ, ਆਪਣਾ ਕਹਿੰਦੇ ਆ ਕਿ ਆਪਣੇ ਦਿਮਾਗ ਦੀਆਂ ਖਿੜਕੀਆਂ ਖੋਲੋ ਐਂਡ ਲੁੱਕ ਫॉर ਅ ਪ੍ਰੋਗਰਾਮ ਦੈਟ ਵਿਲ ਵਰਕ ਫॉर ਯੂ। ਇਸੇ ਤਰ੍ਹਾਂ ਜਿਹੜੇ ਫਾਰਮ ਲੇਬਰ ਦੇ ਵਿੱਚ ਆਏ ਹੋਏ ਨੇ, ਹਰ ਫਾਰਮ ਲੇਬਰ ਕੁਆਲੀਫਾਈ ਨਹੀਂ ਕਰ ਰਿਹਾ। ਹਰ BC ਦੇ ਵਿੱਚ ਬਹੁਤ ਸਾਰੇ ਐਪਲੀਕੈਂਟਸ ਇਹੋ ਜਿਹੇ ਹੈਗੇ ਨੇ ਜਿਹੜੇ ਫਾਰਮ ਲੇਬਰ ਤੇ ਆਏ ਸੀਗੇ, ਫਾਰਮ ਸੁਪਰਵਾਈਜ਼ਰ ਦਾ ਵੀ ਮਿਲ ਗਿਆ, ਬਟ PNP ਦੇ ਵਿੱਚ ਕੁਆਲੀਫਾਈ ਨਹੀਂ ਹੋ ਰਿਹਾ ਬਿਕੋਜ਼ BC ਦੇ ਜਿਹੜੇ ਪੁਆਇੰਟਸ ਹੈਗੇ ਨੇ ਉਹ ਉੱਪਰ ਚਲੇ ਗਏ ਹੋਏ ਨੇ, ਜਾਂ ਜਿਹੜੇ ਦੂਸਰੇ ਪਾਇਲਟ ਦੇ ਪ੍ਰੋਜੈਕਟਸ ਹੈਗੇ ਨੇ ਉਹਦੇ ਵਿੱਚ ਬੜੀਆਂ ਘੱਟ ਐਪਲੀਕੇਸ਼ਨਸ ਲਿੱਤੀਆਂ ਜਾ ਰਹੀਆਂ। ਸੋ PR ਸਮਝ ਨਹੀਂ ਆ ਰਿਹਾ, ਬਟ ਉਹ ਸਾਲ ਹਰ 2 ਸਾਲ ਬਾਅਦ ਆਪਣਾ ਵਰਕ ਪਰਮਿਟ ਵਧਾ ਲੈਂਦੇ ਨੇ। ਉਹ ਸਾਰੇ ਐਪਲੀਕੈਂਟਸ ਨੂੰ ਸੀਰੀਅਸਲੀ ਸੋਚਣਾ ਚਾਹੀਦਾ ਕਿ ਮੈਂ ਕਿਹੜੇ ਪ੍ਰੋਵਿੰਸ ਦੇ ਵਿੱਚ ਆਰਾਮ ਨਾਲ ਪੱਕਾ ਹੋ ਸਕਦਾ, ਕਿਹੜਾ ਪ੍ਰੋਵਿੰਸ ਮੈਨੂੰ PR ਦੇ ਸਕਦਾ। ਸੋ Atlantic are amazing provinces, Saskatchewan is amazing province, so BC ਛੱਡ ਦਿਓ, Ontario ਛੱਡ ਦਿਓ। ਜੇ ਤੁਹਾਨੂੰ PR ਦੀ ਕੰਸਰਨ ਆ ਰਿਹਾ, go to a province ਜਿਹੜਾ ਤੁਹਾਡਾ PNP ਜਿੱਥੇ ਜਲਦੀ ਹੁੰਦਾ ਹੋਵੇ। ਬਿਲਕੁਲ, ਤੁਸੀਂ ਜਦੋਂ PNP ਦੀ ਗੱਲ ਕਰਦੇ ਹੋ, ਖਾਸ ਤੌਰ ਤੇ ਹੁਣ ਜਿਹੜੇ ਵਿਦਨ ਕੈਨੇਡਾ ਦੇ ਵਿੱਚ ਐਪਲੀਕੈਂਟਸ ਹੈਗੇ ਨੇ, ਜਿਹੜੇ ਜਾਂ ਤਾਂ ਇੱਥੇ ਟੂਰਿਸਟ ਵੀਜ਼ਾ ਤੇ ਆਏ ਜਾਂ ਵਿਜ਼ਟਰ ਵੀਜ਼ਾ ਤੇ ਆਏ ਨੇ, ਸੋ ਉਹਨਾਂ ਦੀ ਜਦੋਂ ਮੈਂ ਆਪਸ਼ਨਸ ਦੀ ਗੱਲ ਕਰਦੀ ਹਾਂ ਤਾਂ ਉਹਨਾਂ ਦੇ ਕੋਲ ਕੀ ਆਪਸ਼ਨਸ ਹੋ ਸਕਦੇ ਨੇ? ਕੀ ਉਹਨਾਂ ਨੂੰ LMIA ਦੇ ਸਾਰੇ ਪ੍ਰੋਸੈਸ ਦੇ ਵਿੱਚੋਂ ਲੱਗਣਾ ਪੈਣਾ ਜਾਂ ਵਿਦਆਊਟ LMIA ਵਰਕ ਪਰਮਿਟ ਵੀ ਮਿਲ ਸਕਦਾ ਆ? ਤਰਨ ਜਿਹੜੇ ਤੇ ਆਏ ਨੇ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਜਾਂ ਮਿਡਲ ਈਸਟ ਤੋਂ, ਵੀਜ਼ਾ ਐਗਜ਼ੈਂਪਟ ਕੰਟਰੀ ਤੋਂ ਨਹੀਂ ਆਏ, ਉਹਨਾਂ ਨੂੰ ਤੇ LMIA ਲੈਣਾ ਹੀ ਪੈਣਾ ਹੈਗਾ ਵਰਕ ਪਰਮਿਟ ਲੈਣ ਵਾਸਤੇ। ਜਾਂ ਤੇ LMIA ਲੈ ਕੇ EMPLOYER ਦੇ ਕੋਲ ਕੰਮ ਕਰਨਗੇ ਤਾਂ PNP ਵਾਸਤੇ ਐਲੀਜੀਬਲ ਹੋਣਗੇ 1 ਸਾਲ ਦੇ ਬਾਅਦ। ਐਂਡ ਕੁਝ ਇੰਸਟੈਂਸਿਸ ਦੇ ਵਿੱਚ ਈਵਨ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਵੀ LMIA ਲੱਗਦੇ ਹੀ ਤੁਸੀਂ PNP ਵਾਸਤੇ ਵੀ ਐਲੀਜੀਬਲ ਹੋ ਸਕਦੇ। ਗੱਲ ਕਰਾਂਗੇ ਇਹਦੇ ਬਾਰੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਅਸੀਂ ਵੀ ਨਹੀਂ ਪਹਿਲੇ ਤੋਂ ਬੋਲਦੇ ਹਾਂ ਜੀ। ਹਾਂਜੀ, ਸਾਡਾ ਇੱਕ ਰਿਸ਼ਤੇਦਾਰ ਉਹ ਹੈ +2 ਹੈ ਤੇ ਉਹਨੇ GNM ਕੀਤੀ ਵੀ ਹੈ ਤੇ ਉਹਦੇ ਕੋਲ ਹੈਗਾ ਐਕਸਪੀਰੀਅੰਸ ਵੀ ਹੈਗਾ, ਕੰਮ ਕਰ ਰਹੀ ਉੱਥੇ ਉਹ, ਤੇ ਉਹਦੇ ਵਾਸਤੇ ਪੁੱਛਣਾ ਕਿ ਬਣ ਸਕਦੇ ਉਹਦਾ? GNM ਕੀਤੀ ਹੋਈ ਉਹਨਾਂ ਨੇ? ਹਾਂਜੀ ਜੀ, ਤੁਸੀਂ ਕੁਝ ਪੁੱਛਣਾ ਸਰ? ਐਕਸਪੀਰੀਅੰਸ ਵੀ ਹੈਗਾ। ਠੀਕ ਹੈ ਜੀ, ਤੁਸੀਂ TV ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ ਸਰ। ਹੁਣ ਇਹੋ ਜਿਹੇ ਜਿੰਨੇ ਵੀ ਐਪਲੀਕੈਂਟਸ ਹੈਗੇ ਨੇ ਜਿਨ੍ਹਾਂ ਨੇ GNM ਕੀਤੀ ਹੋਈ ਹੈ, BSc ਨਰਸਿੰਗ ਕੀਤੀ ਹੋਈ ਹੈ, ਬਿਕੋਜ਼ ਤੁਸੀਂ ਰਜਿਸਟਰਡ ਨਰਸ ਤਾਂ ਹੈਗੇ ਨਹੀਂ, ਤੁਹਾਡੇ ਕੋਲ ਉਹ ਲਾਇਸੈਂਸਿੰਗ ਤੁਹਾਨੂੰ ਕੋਲੇ ਆ ਕੇ ਕਰਾਉਣੀ ਪੈਣੀ ਹੈਗੀ ਹੈ। ਸੋ ਜਿਹਦੇ ਕੋਲ ਤਾਂ ਲਾਇਸੈਂਸਿੰਗ ਹੈਗੀ ਹੈ, ਜੇ ਤੁਸੀਂ ਰਜਿਸਟਰਡ ਨਰਸ ਹੈਗੇ ਹੋ, ICC ਨੂੰ ਸਾਡੇ ਅਪਰੋਚ ਕਰੋ ਐਂਡ ਅਸੀਂ ਰਾਈਟ ਅਵੇ ਤੁਹਾਨੂੰ ਕਿਸੇ ਹਸਪੀਟਲ ਦੇ ਵਿੱਚ, ਕਿਸੇ ਨਰਸਿੰਗ ਹੋਮ ਦੇ ਵਿੱਚ, ਕਿਤੇ ਓਲਡ ਏਜ ਹੋਮ ਦੇ ਵਿੱਚ ਵੀ ਕੈਨ ਪਲੇਸ ਯੂ ਰਾਈਟ ਅਵੇ। ਸੋ ਜਿਹੜਿਆਂ ਦੇ ਕੋਲ ਲਾਇਸੈਂਸਿੰਗ ਹੈਗੀ ਹੈ, ਹੁਣ ਜਿਹੜੇ ਐਪਲੀਕੈਂਟਸ ਬਾਹਰ ਬੈਠੇ ਨੇ ਉਹਨਾਂ ਕੋਲ ਲਾਇਸੈਂਸਿੰਗ ਤਾਂ ਹੈਗੀ ਨਹੀਂ, ਉਹਨਾਂ ਵਾਸਤੇ ਜੌਬ ਆਫਰ ਇਜ਼ ਐਨ ਓਪਰਚੁਨਿਟੀ ਦੈਟ ਕੈਨ ਵਰਕ ਫॉर them। ਆਪਣੀ ਡਿਟੇਲਸ ਆਪਣੇ ਨੈਫਿਊ ਦੀਆਂ ਜਾਂ ਆਪਣੇ ਰਿਸ਼ਤੇਦਾਰ ਦੀਆਂ ਡਿਟੇਲਸ ਸਾਡੇ ਨਾਲ ਸ਼ੇਅਰ ਕਰ ਦਿਓ ਐਂਡ ਤੁਹਾਨੂੰ ਮੈਂ ਅਸੈਸ ਕਰਕੇ ਦੱਸ ਦੇਣਾ। ਬਟ ਜਦੋਂ ਵੀ ਤੁਸੀਂ ਡਿਟੇਲ ਸ਼ੇਅਰ ਕਰਨੀ ਹੈ, ਮੈਨੂੰ 3 ਚੀਜ਼ਾਂ ਜ਼ਰੂਰ ਚਾਹੀਦੀਆਂ। ਉਸ ਐਪਲੀਕੈਂਟ ਦਾ ਇੱਕ ਤਾਂ CV ਚਾਹੀਦਾ, ਰੈਜ਼ਿਊਮੇ ਚਾਹੀਦਾ, ਦੂਸਰਾ ਉਸ ਐਪਲੀਕੈਂਟ ਦਾ IELTS ਸਕੋਰ ਕਾਰਡ ਚਾਹੀਦਾ, ਤੀਸਰੀ ਉਹਦੀ ਡਿਗਰੀ ਅਸੈਸਮੈਂਟ ਚਾਹੀਦੀ ਹੈ। ਆਹ 3 ਚੀਜ਼ਾਂ ਮੈਨੂੰ ਚਾਹੀਦੀਆਂ ਹੈਗੀਆਂ ਕਿਸੇ ਵੀ EMPLOYER ਨੂੰ ਫਾਰਵਰਡ ਕਰਨ ਵਾਸਤੇ। ਉਸ ਤੋਂ ਬਾਅਦ ਉਸ EMPLOYER ਦੇ ਨਾਲ ਤੁਹਾਡੀ ਇੰਟਰਵਿਊ ਹੋਏਗੀ ਐਂਡ ਜੇ ਜੌਬ ਆਫਰ ਵਰਕ ਹੁੰਦੀ
ਹੁੰਦੀ ਹੈ ਤੇ LMIA ਤੁਹਾਡਾ ਵਰਕ ਹੋਣ ਤੋਂ ਬਾਅਦ ਤੁਸੀਂ ਆ ਕੇ ਉਸ EMPLOYER ਨਾਲ ਕੰਮ ਕਰਨਾ ਸ਼ੁਰੂ ਕਰੋਗੇ ਐਂਡ ਸਾਲ ਮਗਰੋਂ ਓਨਟਾਰੀਓ ਦੇ ਵਿੱਚ ਇਹੋ ਜਿਹੀਆਂ ਕੰਡੀਸ਼ਨਸ ਹੈਗੀਆਂ ਕਿ PNP ਤੁਸੀਂ ਸਾਲ ਬਾਅਦ PNP ਵਾਸਤੇ ਐਲੀਜੀਬਿਲਟੀ ਬਣ ਸਕਦੇ ਹੋ ਬਿਕੋਜ਼ EMPLOYER ਜਿਹੜੇ ਹੈਗੇ ਨੇ ਉਹ ਕੁਆਲੀਫਾਈਡ ਹੈਗੇ ਨੇ ਸੋ ਉਹ ਅਸੀਂ ਓਪਰਚੁਨਿਟੀ ਤੁਹਾਡੇ ਨਾਲ ਡਿਸਕਸ ਕਰ ਸਕਦੇ ਹਾਂ ਬਿਲਕੁਲ ਸਰ ਆਪਾਂ ਵਾਪਸ ਆਈਏ PNP ਦੇ ਉੱਤੇ ਗੱਲਬਾਤ ਕਰ ਸੀ ਨਾਲ ਵਿਦਿਨ ਕੈਨੇਡਾ ਅਸੀਂ ਵਰਕ ਪਰਮਿਟ ਬਣਨ ਲਈ ਓਪਰਚੁਨਿਟੀ ਇਸ ਬਾਰੇ ਗੱਲ ਕਰ ਸੀ LMIA ਦਾ ਪ੍ਰੋਸੈਸ ਜਿਵੇਂ ਤੁਸੀਂ ਕਿਹਾ ਕਿ ਲੈਣਾ ਜ਼ਰੂਰੀ ਹੋਏਗਾ ਖਾਸ ਤੌਰ ਤੇ ਮਿਡਲ ਈਸਟ ਜਾਂ ਫਿਰ ਇੰਡੀਆ ਜਾਂ ਪਾਕਿਸਤਾਨ ਵਾਲਿਆਂ ਦੇ ਲਈ ਸੋ LMIA ਦਾ ਪ੍ਰੋਸੈਸ ਕੀ ਹੋ ਸਕਦਾ ਕਿੰਨਾ ਕੁ ਟਾਈਮ ਲੱਗਦਾ ਇਸ ਦੇ ਲਈ ਤਰਨ ਸਭ ਤੋਂ ਪਹਿਲਾਂ ਤਾਂ LMIA ਵਾਸਤੇ EMPLOYER ਕੁਆਲੀਫਾਈਡ ਹੋਣਾ ਚਾਹੀਦਾ ਹੈ EMPLOYER ਕੁਆਲੀਫਾਈਡ ਦਾ ਮਤਲਬ ਉਹਦਾ ਬਿਜ਼ਨਸ ਘੱਟੋ ਘੱਟ 1 ਸਾਲ ਪੁਰਾਣਾ ਜ਼ਰੂਰ ਹੋਣਾ ਚਾਹੀਦਾ ਉਹਦੇ ਕੋਲ ਕੁਝ EMPLOYEES ਕੰਮ ਕਰਦੇ ਹੋਣੇ ਚਾਹੀਦੇ ਨੇ ਉਹਦਾ ਕੰਪਨੀ ਦਾ ਕੈਸ਼ ਫਲੋ ਜਿਹੜਾ ਹੈਗਾ ਪੋਜ਼ਿਟਿਵ 'ਚ ਹੋਣਾ ਚਾਹੀਦਾ ਤਾਂ ਕਿ ਆਫਿਸਰ ਨੂੰ ਜਦੋਂ ਐਪਲੀਕੇਸ਼ਨ ਲਗਾਓ ਤੇ ਆਫਿਸਰ ਨੂੰ ਦੱਸ ਸਕੋ ਕਿ ਤੁਹਾਡੀ ਸੈਲਰੀ ਦੇਣ 'ਚ ਕੋਈ ਇਸ਼ੂ ਨਹੀਂ ਹੈਗੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤਰਨ ਬੇਟੀ ਤੁਹਾਨੂੰ ਤੇ ਮਨੂ ਰਸਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਵਿਨੀਪੈਗ ਤੋਂ ਬੋਲ ਰਹੇ ਸੀ ਮੇਰਾ ਪੁੱਛਣਾ ਸੀ ਕਿ ਮੈਂ ਜਿਹੜੀਆਂ 21 ਦੀਆਂ ਨੈਣੀ ਦੀਆਂ ਐਪਲੀਕੇਸ਼ਨਾਂ ਨੇ ਉਹ ਤੇ ਕੁਝ ਪ੍ਰੋਸੈਸ ਹੋਣ ਲੱਗੀ ਕਿ ਨਹੀਂ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ ਸਰ ਹਾਲੇ 19 ਤੇ 20 ਦੀਆਂ ਐਪਲੀਕੇਸ਼ਨਸ ਪ੍ਰੋਸੈਸ ਆ ਰਹੀਆਂ ਹੋਪਫੁਲੀ ਬਾਈ ਦਾ ਐਂਡ ਆਫ ਦ ਈਅਰ 20 ਦੀਆਂ ਐਪਲੀਕੇਸ਼ਨਸ ਕੰਪਲੀਟ ਹੋ ਜਾਣਗੀਆਂ ਅਗਲੇ ਸਾਲ 21 ਦੀ ਐਪਲੀਕੇਸ਼ਨਸ ਤੇ ਪ੍ਰੋਸੈਸਿੰਗ ਦੇਖ ਸਕਾਂਗੇ ਬਿਲਕੁਲ ਆਪਾਂ ਗੱਲ ਕਰ ਰਹੇ ਸੀ ਕਿ EMPLOYER ਦਾ ਕੁਆਲੀਫਾਈ ਹੋਣਾ ਬਹੁਤ ਜ਼ਰੂਰੀ ਹੈ ਸਾਰਾ ਕੁਝ ਉਹਦੇ ਜਿਹੜੇ ਆ 1 ਸਾਲ ਦਾ ਘੱਟੋ ਘੱਟ ਬਿਜ਼ਨਸ ਹੋਣਾ ਜ਼ਰੂਰੀ ਹੈ ਸੋ ਇਸ ਤੋਂ ਇਲਾਵਾ ਕੀ ਕੋਈ ਐਡਵਰਟਾਈਜ਼ਮੈਂਟ ਵਗੈਰਾ ਦੇਣੀ ਵਿਦਿਨ ਕੈਨੇਡਾ ਵੀ ਜ਼ਰੂਰੀ ਹੋਏਗੀ ਬਿਲਕੁਲ ਤਰਨ ਜਦੋਂ ਅੱਜ ਤੁਸੀਂ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਉਸ ਤੋਂ ਬਾਅਦ ਰਿਕੁਆਇਰਮੈਂਟ ਕੀ ਹੈ ਕਿ ਪਹਿਲੇ ਆ ਜੌਬ ਆਫਰ ਜਿਹੜੀ ਹੈਗੀ ਲੋਕਲ ਕੈਨੇਡੀਅਨਸ ਨੂੰ ਆਫਰ ਕਰਨੀ ਹੈਗੀ ਹੈ ਲੋਕਲ ਪਰਮਾਨੈਂਟ ਰੈਜ਼ੀਡੈਂਟਸ ਨੂੰ ਲੋਕਲ ਸਿਟੀਜ਼ਨਸ ਨੂੰ ਆਫਰ ਕਰਨੀ ਹੈਗੀ ਹੈ ਸੋ ਉਹਦੇ ਵਾਸਤੇ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ ਐਡਵਰਟਾਈਜ਼ਮੈਂਟ ਵੀ ਕਰਨ ਦੇ 4-5 ਜਗ੍ਹਾ ਤੇ ਤੁਸੀਂ ਐਡਵਰਟਾਈਜ਼ਮੈਂਟ ਜ਼ਰੂਰ ਕਰਨੀ ਹੈਗੀ ਹੈ ਪਹਿਲੀ ਤਾਂ ਜੌਬ ਬੈਂਕ ਗਵਰਨਮੈਂਟ ਦੀ ਵੈਬਸਾਈਟ ਹੈਗੀ ਹੈ ਉਹਦੇ ਤੇ ਐਡਵਰਟਾਈਜ਼ ਕਰਨੀ ਹੈਗੀ ਹੈ ਦੂਸਰੀ ਇੰਡੀਜਨਸ ਵੈਬਸਾਈਟਸ ਤੇ ਇੰਡੀਜਨਸ ਲੋਕਾਂ ਨੂੰ ਆ ਜੌਬ ਆਫਰ ਕਰਨੀ ਜ਼ਰੂਰੀ ਹੈਗੀ ਹੈ ਪਹਿਲੇ ਸੋ ਉੱਥੇ ਵੀ ਕਰਨੀ ਹੈ ਉਸ ਤੋਂ ਬਾਅਦ ਨਿਊ ਕਮਰਸ ਵੈਬਸਾਈਟ ਹੈਗੀ ਉੱਥੇ ਵੀ ਕਰਨੀ ਹੈਗੀ ਹੈ ਜੇ ਲੋ ਸਕਿਲ ਜੌਬ ਹੈਗੀ ਹੈ ਲੋ ਪੇਇੰਗ ਜੌਬ ਹੈਗੀ ਹੈ ਮਤਲਬ ਬੇਸਿਕ ਸੈਲਰੀ ਦੀ ਜੌਬ ਹੈਗੀ ਹੈ $15 $14 ਦੀ ਬਾਕੀ ਪ੍ਰੋਵਿੰਸਸ ਦੀ ਜਾਂ $13 ਦੀ ਬਾਕੀ ਪ੍ਰੋਵਿੰਸਸ ਕਿਉਂਕਿ ਓਨਟਾਰੀਓ ਦਾ ਤਾਂ $5.5 ਬੇਸਿਕ ਮਿਨੀਮਮ ਰੇਟ ਹੈਗਾ ਸੋ ਜੇ ਓਨਟਾਰੀਓ ਦੀ ਜੌਬ ਹੈ ਤਾਂ ਜੇ ਮਿਨੀਮਮ ਸੈਲਰੀ ਦੀ ਆਫਰ ਕਰ ਰਹੇ ਹੋ ਤਾਂ ਤੁਹਾਨੂੰ 2 ਹੋਰ ਐਡਵਰਟਾਈਜ਼ਮੈਂਟ ਕਰਨੀਆਂ ਜ਼ਰੂਰੀ ਹੈਗੀਆਂ ਸੋ ਘੱਟੋ ਘੱਟ 3 ਤੋਂ 5 ਐਡਵਰਟਾਈਜ਼ਮੈਂਟਸ ਤੁਹਾਨੂੰ ਜ਼ਰੂਰੀ ਹੋ ਜਾਂਦੀਆਂ ਉਸ ਤੋਂ ਬਾਅਦ ਐਡਵਰਟਾਈਜ਼ਮੈਂਟ ਜਿਹੜੀ ਹੈਗੀ 30 ਡੇਜ਼ ਚੱਲਣੀ ਚਾਹੀਦੀਆਂ ਹੈਗੀਆਂ 30 ਦਿਨ ਚੱਲਣ ਤੋਂ ਬਾਅਦ ਜਿੰਨੇ ਐਪਲੀਕੈਂਟਸ ਨੇ ਅਪਲਾਈ ਕੀਤਾ ਉਹਨਾਂ ਨੂੰ ਪਿਕ ਕੀਤਾ ਉਹਨਾਂ ਨੂੰ ਇੰਟਰਵਿਊ ਕੀਤਾ ਕਿਹੜੇ ਐਪਲੀਕੈਂਟ ਨੂੰ ਤੁਸੀਂ ਪਿਕ ਕਰਨ ਜਾ ਰਹੇ ਹੋ ਉਹਦੀ ਸਾਰਾ ਇੱਕ ਵੇਰਵਾ ਬਣਦਾ ਹੈਗਾ ਉਸ ਤੋਂ ਬਾਅਦ ਐਪਲੀਕੇਸ਼ਨ ਜਿਹੜੀ ਹੈਗੀ ਸਰਵਿਸ ਕੈਨੇਡਾ ਦੇ ਕੋਲ ਜਾਂਦੀ ਹੈਗੀ ਸਾਰੀ ਚੀਜ਼ਾਂ ਮੀਟ ਕਰਨ ਤੋਂ ਬਾਅਦ ਹੁਣ ਜਿਹੜੇ ਐਪਲੀਕੈਂਟ ਨੂੰ ਤੁਸੀਂ ਨਹੀਂ ਸਿਲੈਕਟ ਕਰ ਰਹੇ ਉਹਨਾਂ ਨੂੰ ਕਿਉਂ ਨਹੀਂ ਸਿਲੈਕਟ ਕਰ ਰਹੇ ਉਹਦੇ ਵੀ ਰੀਜ਼ਨ ਸਾਰੇ ਜਾਣੇ ਦੇਣੇ ਪੈਂਦੇ ਨੇ ਸੋ ਉਸ ਤੋਂ ਬਾਅਦ ਆਫਿਸਰ ਦੇਖਦਾ ਹੈਗਾ ਕਿ ਤੁਹਾਡੀ ਫਾਈਲ ਨੂੰ ਤੁਹਾਡੇ ICC ਇਮੀਗ੍ਰੇਸ਼ਨ ਦਾ ਅਸੀਂ ਇੱਕ ਚੀਜ਼ ਦਾ ਜ਼ਰੂਰ ਰੱਖਦੇ ਹਾਂ ਕਿ ਪਿਛਲੇ 15 ਸਾਲ ਤੋਂ ਅਸੀਂ LMIS ਕਰ ਰਹੇ ਹਾਂ ਐਂਡ ਅਸੀਂ ਵੀ ਹੈਵ ਨਾਟ ਲੋਸਟ ਅ ਸਿੰਗਲ ਐਪਲੀਕੇਸ਼ਨ ਸੋ ਫਾਰ ਜੇ ਸਾਨੂੰ ਕੋਈ ਬਿਜ਼ਨਸਮੈਨ ਆਏਗਾ ਸਾਡੇ ਕੋਲ ਕਿ ਮੇਰਾ ਫੋਰਨ ਵਰਕਰ ਮੈਨੂੰ ਚਾਹੀਦਾ ਹੈਗਾ ਤੇ ਆ ਮੇਰੇ ਡਾਕੂਮੈਂਟੇਸ਼ਨਸ ਹੈਗੇ ਅਸੀਂ T2 ਤੇ T4 ਸਮਰੀ ਦੇ ਕੇ ਦੱਸ ਦਿੰਦੇ ਹਾਂ ਕਿ ਤੁਹਾਡਾ ਬਿਜ਼ਨਸ ਕੁਆਲੀਫਾਈ ਕਰਦਾ ਆ ਫੋਰਨ ਐਪਲੀਕੈਂਟ ਨੂੰ ਲੈ ਕੇ ਆਉਣ ਵਾਸਤੇ ਜਾਂ ਨਹੀਂ ਕਰਦਾ ਸੋ ਅਸੀਂ ਉਹ ਐਪਲੀਕੇਸ਼ਨ ਨੂੰ ਪੁੱਟ ਅਪ ਵੀ ਨਹੀਂ ਕਰਾਂਗੇ ਜੇ ਸਾਨੂੰ ਲੱਗੇਗਾ ਕਿ ਐਪਲੀਕੇਸ਼ਨ ਥਰੂ ਆਉਣ ਵਾਲੀ ਨਹੀਂ ਜੀ ਗੱਲ ਕਰਾਂਗੇ ਨੈਕਸਟ ਕਾਲਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨ ਹੈ ਮੈਂ ਸਰੀ ਤੋਂ ਬੋਲ ਰਹੀ ਹਾਂ ਜੀ ਹਾਂਜੀ ਜੀ ਕੁਐਸਚਨ ਪੁੱਛਣਾ ਸੀਗਾ ਕਿ ਮੇਰੀ PR ਆ ਗਈ ਸੀ ਬਟ ਮੇਰਾ PR ਕਾਰਡ ਨਹੀਂ ਹਲੇ ਆਇਆ ਮੇਰੀ ਜਨਵਰੀ ਚ ਆ ਗਈ ਸੀ PR ਬਟ ਹਲੇ ਤੱਕ ਕਾਰਡ ਨਹੀਂ ਮੈਨੂੰ ਮਿਲਿਆ ਹੈਗਾ ਤੇ ਇਹਦੇ ਕੀ ਰੀਜ਼ਨ ਹੋ ਸਕਦੇ ਇਹਨਾਂ ਡਿਲੇ ਕਿਉਂ ਹੈਗਾ ਜੀ ਬਾਕੀ ਫੈਮਿਲੀ ਮੈਂਬਰਸ ਨੂੰ ਮਿਲ ਕੇ ਮੇਰਾ ਕਲੀਅਰ ਰਹਿ ਗਿਆ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ ਨੈਕਸਟ ਕਾਲਰ ਪਲੀਜ਼ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ ਹੈਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਬਰਮਟਨ ਤੋਂ ਬੋਲਦੇ ਹਾਂ ਸਾਡਾ ਜੀ ਸਵਾਲ ਹੈ ਜੀ ਬੇਟੇ ਦਾ ਜੀ ਮਲਟੀਪਲ ਵੀਜ਼ਾ ਲੱਗਿਆ ਸੀਗਾ ਕਿਵੇਂ ਤਾਂ ਘੁੰਮ ਗਏ ਦੁਬਾਰੇ ਉਹਨਾਂ ਨੇ ਆਉਣਾ ਸੀਗਾ ਤੇ ਫਿਰ ਉਹ ਮਤਲਬ ਖਤਮ ਹੋ ਗਿਆ ਉਹਨਾਂ ਨੇ ਦੁਬਾਰੇ ਫਾਈਲ ਲਾਈ ਨੂੰ 5 ਮਹੀਨੇ ਹੋ ਗਏ ਵੀ ਹਜੇ ਕੁਝ ਪਤਾ ਨਹੀਂ ਲੱਗਿਆ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਰਮਨ ਜੀ ਦੀ ਕਾਲ ਆਈ ਸੀ PR ਕਾਰਡ ਨਹੀਂ ਆਇਆ ਜਨਵਰੀ ਦੀ PR ਆਈ ਹੋਈ ਹੈ ਅਜੇ ਤੱਕ ਓਕੇ ਤੁਹਾਡਾ ਕਿਤੇ PR ਕਾਰਡ ਮਿਸਪਲੇਸ ਨਾ ਹੋ ਗਿਆ ਹੋਵੇ ਆਪਣੇ ਇੱਕ ਕੁਐਰੀ ਪਾ ਕੇ ਦੇਖ ਲਓ ਜਾਂ ਇੱਕ 188824222100 ਤੇ ਕਾਲ ਕਰੋ ਆਪਣਾ ਸਾਰਾ ਵੇਰਵਾ ਦਿਓ ਜਾਂ ਫਿਰ ਤੁਸੀਂ ਆਪਣੇ ਮੈਂਬਰ ਪਾਰਲੀਮੈਂਟ ਦੀ ਵੀ ਹੈਲਪ ਲੈ ਕੇ ਸਟੇਟਸ ਜਾਣ ਸਕਦੇ ਹੋ ਕਿ ਤੁਹਾਡੀ ਫਾਈਲ ਕਿਤੇ ਕੀ ਇਸ਼ੂ ਹੈਗਾ ਕਿ ਕਿਉਂ ਤੁਹਾਡਾ PR ਕਾਰਡ ਬਟ 99% ਜਿਹੜਾ ਐਕਸਪੀਰੀਅੰਸ ਕੀਤਾ ਜਾਏ ਮੈਂ ਐਕਸਪੀਰੀਅੰਸ ਕੀਤਾ ਜੀ ਤੁਹਾਡਾ ਕਿਤੇ PR ਕਾਰਡ ਲੋਸਟ ਹੋ ਚੁੱਕਾ ਹੈਗਾ ਤੁਹਾਨੂੰ ਰਿਪਲੇਸਮੈਂਟ ਡਾਕੂਮੈਂਟ ਵਾਸਤੇ ਅਪਲਾਈ ਕਰਨਾ ਪਏਗਾ ਬਿਲਕੁਲ ਜੀ ਨੈਕਸਟ ਸੀਗਾ ਕਿ ਮਲਟੀਪਲ ਵੀਜ਼ਾ ਲੱਗਿਆ ਸੀ ਖਤਮ ਹੋ ਚੁੱਕਿਆ ਵਾ
ਲਗਭਗ 5 ਮਹੀਨੇ ਹੋ ਗਏ ਦੁਬਾਰਾ ਅਪਲਾਈ ਕੀਤੇ ਨੇ। ਅੱਜ ਦੀ ਤਰੀਕ ਦੇ ਵਿੱਚ ਜਿਹੜੀ ਵਿਜ਼ਿਟ ਵੀਜ਼ਾ ਤੇ ਸੁਪਰ ਵੀਜ਼ਾ ਦੀ ਫਾਈਲਸ ਹੈਗੀਆਂ ਉਹਨਾਂ ਨੂੰ ਪ੍ਰੋਸੈਸਿੰਗ ਟਾਈਮ ਮਿਨੀਮਮ 6 ਮਹੀਨੇ ਚੱਲ ਰਿਹਾ ਜੀ। ਸੋ ਤੁਸੀਂ ਹਲੇ ਵੇਟ ਕਰੋ ਐਂਡ ਹੋਪਫੁਲੀ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਮਹੀਨਿਆਂ ਦੇ ਵਿੱਚ ਟਾਈਮ ਪੀਰੀਅਡ ਘਟੇਗਾ ਜੀ ਬਿਲਕੁਲ। ਤੇ ਆਪਾਂ ਵਾਪਸ ਆਈਏ ਸਰ, ਤੁਸੀਂ ਕਹਿ ਰਹੇ ਸੀ ਘੱਟੋ ਘੱਟ 30 ਦਿਨ ਤੱਕ ਜਿਹੜੀ ਐਡਵਰਟਾਈਜ਼ਮੈਂਟ ਚੱਲਣੀ ਜ਼ਰੂਰੀ ਹੋਏਗੀ ਤੇ ਰੀਜ਼ਨ ਵੀ ਦੱਸਣਾ ਹੋਏਗਾ ਕਿ ਕਿਹੜੇ ਕੈਂਡੀਡੇਟਸ ਨੂੰ ਤੁਸੀਂ ਨਹੀਂ ਰਿਜੈਕਟ ਕਰਨ ਦਾ ਰੀਜ਼ਨ ਕੀ ਰਿਹਾ। ਐਬਸੋਲੂਟਲੀ ਅਤਰਨ ਜੀ। ਉਸ ਤੋਂ ਬਾਅਦ ਜਦੋਂ ਸਰਵਿਸ ਕੈਨੇਡਾ ਆਫਿਸਰ ਹੈਗੇ ਨੇ, ਹੁਣ ਜਿਹੜੇ ਓਨਟਾਰੀਓ ਦੀ ਗੱਲ ਕਰੀਏ ਤੇ ਤਕਰੀਬਨ 2 to 8 ਵੀਕਸ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ। ਸੋ ਕੋਈ ਵੀ ਫਿਕਸ ਟਾਈਮ ਨਹੀਂ ਹੈਗਾ ਕਿਸੇ ਐਪਲੀਕੈਂਟ ਨੂੰ। ਅਸੀਂ ਨੋਵਾ ਸਕੋਸ਼ੀਆ ਦੇ ਐਪਲੀਕੈਂਟ ਨਿਊ ਬ੍ਰਾਂਸਵਿਕ ਤੇ ਦੇਖਦੇ ਹਾਂ ਕਿ ਵਿਦਿਨ 10 ਡੇਜ਼ ਉਹਨਾਂ ਨੂੰ ਇੰਟਰਵਿਊ ਕਾਲ ਆ ਜਾਂਦੀ ਹੈ। ਓਨਟਾਰੀਓ ਦੇ ਅਸੀਂ ਦੇਖਦੇ ਹਾਂ ਕਿ 6 ਵੀਕਸ ਦੇ ਬਾਅਦ ਇੰਟਰਵਿਊ ਕਾਲਸ ਆ ਰਹੀਆਂ। ਸੋ ਹਰ ਜਗ੍ਹਾ ਦੇ ਬਿਕੋਜ਼ ਕਿੱਥੇ ਰਿਕੁਆਇਰਮੈਂਟ ਜ਼ਿਆਦਾ ਹੈਗੇ, ਕਿਤੇ ਲੇਬਰ ਸ਼ਾਰਟੇਜਸ ਜ਼ਿਆਦਾ ਹੈਗੀਆਂ। ਸੋ ਆਫਿਸਰਸ ਉਹਨੂੰ ਦੇਖਦੇ ਹੋਏ ਪਾਇਲਟ ਪ੍ਰੋਜੈਕਟਸ ਡਿਜ਼ਾਈਨ ਕੀਤੇ ਗਏ ਨੇ, ਪਾਇਲਟ ਆਫਿਸਰਸ ਰੱਖੇ ਗਏ ਨੇ ਜਿਹੜੇ ਉਹ ਪਰਟੀਕੂਲਰ ਸਰਕਮਸਟੈਂਸਸ ਨੂੰ ਸਮਝਦੇ ਹੋਏ ਲੁੱਕ ਆਫਟਰ ਕਰਦੇ ਨੇ। ਸੋ ਅੱਜ ਦੀ ਤਰੀਕ ਦੇ ਵਿੱਚ 2 ਤੋਂ 6 ਹਫ਼ਤੇ ਲੱਗ ਰਹੇ ਨੇ ਜੀ ਇੰਟਰਵਿਊ ਆਉਣ ਦੇ। ਸੋ 4 ਹਫ਼ਤੇ ਦੀ ਐਡਵਰਟਾਈਜ਼ਮੈਂਟ, ਉਸ ਤੋਂ ਬਾਅਦ 2 ਤੋਂ 6 ਹਫ਼ਤੇ ਦਾ ਅੱਗੇ ਟਾਈਮ ਚੱਲ ਰਿਹਾ ਤੇ ਉਸ ਤੋਂ ਬਾਅਦ ਇੰਟਰਵਿਊ ਤੁਹਾਡੀ EMPLOYER ਨੂੰ ਗੱਲ ਕਰਕੇ ਆਫਿਸਰ LMI ਇਸ਼ੂ ਕਰ ਰਹੇ ਨੇ। ਐਂਡ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਜਿਹੜੇ LMI ਇਸ਼ੂ ਹੋ ਰਹੇ ਨੇ ਉਹ 18 ਮਹੀਨਿਆਂ ਦੇ ਇਸ਼ੂ ਹੋ ਰਹੇ ਨੇ। ਸੋ ਅੱਗੇ ਤਾਂ ਕਿ ਤੁਹਾਨੂੰ ਕੋਈ ਇਸ਼ੂ ਨਾ ਆਵੇ ਜੀ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਕੁਐਸਚਨ ਮੈਨੂੰ ਬਤਾ ਜੀ ਸੀ ਸਰ, ਤੁਸੀਂ ਇੰਟਰਵਿਊ ਲਈ ਤਿਆਰੀ ਕਰਾਉਂਦੇ ਹੋ ਕਿ ਸਪਾਊਸਲ ਵੀਜ਼ਾ ਦੀ ਇੰਟਰਵਿਊ ਦੀ ਤਿਆਰੀ ਕਰਵਾਉਂਦੇ ਹੋ? ਹਾਂਜੀ। ਤੇ ਇਸ ਤੋਂ ਇਲਾਵਾ ਤਾਂ ਨਹੀਂ ਕੋਈ ਸਵਾਲ ਇਹੀ ਪੁੱਛਣਾ ਤੁਸੀਂ? ਹਾਂਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ ਜੀ ਸਰ। ਜੀ ਬਿਲਕੁਲ, ਅਸੀਂ ਸਪਾਊਸਲ ਐਪਲੀਕੇਸ਼ਨ ਦੀ ਤਿਆਰੀ ਕਰਾਉਂਦੇ ਹਾਂ ਔਰ ਉਹਦੇ ਵਾਸਤੇ ਸਾਨੂੰ ਪੂਰੀ ਐਪਲੀਕੇਸ਼ਨ ਅਸੀਂ ਦੇਖਾਂਗੇ ਐਂਡ ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਦੀ ਤਿਆਰੀ ਹੋਏਗੀ ਜੀ। ਇੱਕ ਕੰਸਲਟੈਂਟ ਤੁਹਾਡੇ ਨਾਲ ਬੈਠ ਕੇ ਹੀ ਔਰ ਸ਼ੀ ਕੈਨ ਗਾਈਡ ਯੂ ਥਰੂ ਦਾ ਇੰਟਾਇਰ ਪ੍ਰੋਸੈਸ ਕਿ ਕਿਹੜੀ ਚੀਜ਼ਾਂ ਨਾਰਮਲੀਆਂ ਪੁੱਛੀ ਜਾਂਦੀਆਂ ਹੈਗੀਆਂ ਐਂਡ ਤੁਹਾਡੇ ਕੋਲ ਕਿਹੜੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਬਟ ਜਿਹੜੀ ਜੈਨੂਇਨ ਮੈਰਿਜ ਹੈਗੀ ਹੈ ਉਹਦੇ ਵਿੱਚ 4-5 ਚੀਜ਼ਾਂ ਬੜੀਆਂ ਖਾਸ ਹੁੰਦੀਆਂ ਹੈਗੀਆਂ ਕਿ ਜਿਹੜਾ ਐਪਲੀਕੈਂਟ ਹੈਗਾ, ਸਪਾਂਸਰ ਇੱਕ ਦੂਜੇ ਨੂੰ ਕਿੰਨਾ ਜਾਣਦੇ ਨੇ। ਆਫਿਸਰ ਦੇਖਣਾ ਚਾਹੁੰਦਾ ਹੈ, ਆਫਿਸਰ ਦੇਖਣਾ ਚਾਹੁੰਦਾ ਹੈ ਕਿ ਐਜ਼ ਅ ਐਪਲੀਕੈਂਟ ਕਈ ਵਾਰੀ ਹੁੰਦਾ ਕੀ ਹੈਗਾ ਕਿ ਜਿਹੜਾ ਸਪਾਂਸਰ ਹੈਗਾ ਆ ਉਹਦੀ ਸੈਕੰਡ ਮੈਰਿਜ ਹੁੰਦੀ ਹੈ ਨਾ, ਐਪਲੀਕੈਂਟ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਦੀ ਸੈਕੰਡ ਮੈਰਿਜ ਹੈਗੀ ਹੈ। ਸੋ ਆਫਿਸਰ ਰਿਲੇਸ਼ਨਸ਼ਿਪ ਦੀ ਓਪਨਨੈਸ ਨੂੰ ਦੇਖਦਾ ਆ ਕਿ ਕਿਤੇ ਉਹਨਾਂ ਨੂੰ ਨਜ਼ਰ ਕੋਈ ਭਣਕ ਮਿਲ ਜਾਏ ਕਿ ਮੈਰਿਜ ਆਫ ਕਨਵੀਨੀਅੰਸ ਹੈਗੀ। ਸੋ ਉਹਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਬਿਲਕੁਲ ਜੀ ਅਸੀਂ ਹੈਲਪ ਕਰ ਸਕਦੇ ਹਾਂ। ਜੇ ਤੁਸੀਂ ਸਰਵਿਸਿਜ਼ ਲੈਣੀ ਹੈ ਤੇ ICC ਦੇ ਸਾਡੇ ਆਫਿਸ ਦੇ ਵਿੱਚ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਜੀ। ਬਿਲਕੁਲ। ਤੇ ਸਰ ਆਪਾਂ ਗੱਲਬਾਤ ਕਰ ਰਹੇ ਸੀ ਵਿਦਿਨ ਕੈਨੇਡਾ ਜਿਹੜੇ ਇਸ ਵਕਤ ਟੂਰਿਸਟ ਜਾਂ ਸੁਪਰ ਵੀਜ਼ਾ ਤੇ ਦੂਜੇ ਆਏ ਹੋਏ ਨੇ ਵੀਜ਼ਾ ਦੇ ਉੱਤੇ। ਸੋ ਕੀ ਕੈਨੇਡਾ ਵਿੱਚ ਕਿਤੇ ਵੀ ਉਹ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਨੇ? ਤਰਨ ਇਸ ਟਾਈਮ ਤੇ 1 ਮਿਲੀਅਨ ਤੋਂ ਜ਼ਿਆਦਾ ਵੈਕੈਂਸੀਜ਼ ਕੈਨੇਡਾ ਦੇ ਵਿੱਚ ਹੈਗੀਆਂ। ਸੋ ਇੱਕ ਤੁਸੀਂ ਜਦੋਂ ਮੈਂ ਆਇਆ ਸੀਗਾ ਤੁਸੀਂ ਕਹਿ ਰਹੇ ਸੀਗੇ ਕਿ 5 ਲੱਖ ਨਿਊ ਕਮਰਸ ਨੂੰ ਬੁਲਾਉਣਾ, 5 ਲੱਖ ਲੋਕੀ ਇਸ ਟਾਈਮ ਗਰਮੀਆਂ ਦੇ ਵਿੱਚ ਐਕਸਪੈਕਟਡ ਹੈਗੇ ਨੇ। ਸੋ ਇਹ ਸਾਰੇ ਅੱਜ ਦੀ ਤਰੀਕ ਦੇ ਵਿੱਚ ਪਬਲਿਕ ਪਾਲਿਸੀ ਚੱਲ ਰਹੀ ਹੈਗੀ। 1 ਮਿੰਟ ਹੋਲਡ ਕਰਿਓ ਜੀ। ਪਬਲਿਕ ਪਾਲਿਸੀ ਚੱਲ ਰਹੀ ਹੈ। ਐਜ਼ ਪਰ ਦਾ ਪਬਲਿਕ ਪਾਲਿਸੀ ਜੇ 28 ਫਰਵਰੀ 2023 ਤੋਂ ਪਹਿਲਾਂ ਤੁਹਾਨੂੰ ਜੌਬ ਆਫਰ ਮਿਲਦਾ ਹੈ ਤੇ ਤੁਹਾਡਾ ਵਰਕ ਪਰਮਿਟ ਲੱਗਣ ਦੇ ਵਿੱਚ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਬਿਕੋਜ਼ ਐਜ਼ ਪਰ ਦਾ ਪਬਲਿਕ ਪਾਲਿਸੀ ਤੁਹਾਨੂੰ IELTS ਵੀ ਨਹੀਂ ਚਾਹੀਦਾ। ਸੋ ਇਸ ਚੀਜ਼ ਦਾ ਫਾਇਦਾ ਬਹੁਤ ਸਾਰੇ ਲੋਕੀ ਲੈ ਰਹੇ ਨੇ ਐਂਡ ਲੈਂਦੇ ਰਹਿਣਗੇ ਇਸ ਸਾਲ ਦੇ ਵਿੱਚ। ਸੋ ਆ ਜਿਹੜੇ 5 ਲੱਖ ਲੋਕੀ ਆ ਰਹੇ ਨੇ ਇਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਹੋਣਗੇ ਜਿਹੜੇ ਕੈਨੇਡਾ ਸੋਚ ਕੇ ਆ ਰਹੇ ਨੇ ਕਿ ਮੈਂ ਕੈਨੇਡਾ ਦੇ ਵਿੱਚ ਸੈਟਲ ਹੋਣਾ ਹੈ। ਸੋ ਜਿਹਦਾ ਵਿਜ਼ਿਟ ਵੀਜ਼ਾ ਲੱਗਾ ਹੋਇਆ ਹੈ ਦਿਸ ਇਜ਼ ਅ ਗੋਲਡਨ ਟਾਈਮ ਫॉर them। ਜੇ ਕੋਈ EMPLOYER ਤੋਂ ਜੌਬ ਆਫਰ ਮਿਲਦੀ ਹੈ, ਅਸੀਂ ਵੀ ਕਹਿੰਦੇ ਹਾਂ ਕਿ ਜੇ ਤੁਹਾਨੂੰ 50 ਸਾਲ ਤੋਂ ਉਮਰ ਘੱਟ ਹੈਗੀ ਹੈ, ਗ੍ਰੇਡ 12 ਹੈਗਾ, 4 ਬੈਂਡ IELTS ਦੇ ਵਿੱਚ ਲੈ ਸਕਦੇ ਹੋ ਤੇ ਤੁਹਾਡਾ ਵਰਕ ਪਰਮਿਟ ਵੀ ਪੋਸੀਬਲ ਹੈ ਐਂਡ PNP ਦੇ ਥਰੂ PR ਵੀ ਵਿਦ ਫੈਮਿਲੀ ਪੋਸੀਬਲ ਹੈਗਾ। ਸੋ ਉਹਦੇ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੀ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਵਿਨੀਪੈਗ ਤੋਂ ਬੋਲਦੇ ਹਾਂ। ਪੁੱਛਣਾ ਸੀ ਮੰਮੀ ਨੇ ਲਾਈ ਸੀ ਫਾਈਲ 19 ਚ ਜੀ ਤੇ ਉਹ ਫਾਈਲ ਵੀ ਹੋ ਗਿਆ ਤੇ ਉਹ ਹਰੇ ਸਾਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਮਿਲੂਗਾ PR। ਕਾਦੀ ਪੇਰੈਂਟਸ ਦੀ ਲਾਈ ਸੀ ਤੁਸੀਂ? ਹੈ ਪੇਰੈਂਟਸ ਵਾਲੀ ਐਪਲੀਕੇਸ਼ਨ ਚ ਲਗਾਈ ਸੀ ਤੁਸੀਂ? ਹਾਂਜੀ ਹਾਂਜੀ ਮੰਮੀ ਦੇ ਲਾਈ ਸੀ 2019 ਦੀ ਫਾਈਲ ਦੀ ਗੱਲ ਕਰ ਰਹੇ ਨੇ ਆਪਾਂ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਲਈ ਜੀ ਸਰ। ਐਸੇ ਸਾਲ ਦੇ ਉਹਨਾਂ ਦੇ ਵਿੱਚ ਫਾਈਲ ਪ੍ਰੋਸੈਸ ਹੋਣੀ ਚਾਹੀਦੀ ਹੈ ਐਸੇ ਸਾਲ ਦੇ ਵਿੱਚ ਜੀ। ਬਿਲਕੁਲ। ਤੇ ਸਰ ਸਮਾਂ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ। ਸੋ ਤੁਹਾਨੂੰ ਕੋਈ ਕੰਟੈਕਟ ਕਰਨਾ ਚਾਹੁੰਦਾ, ਕੁਝ ਕਹਿਣਾ ਚਾਹੋਗੇ? ਤਰਨ ਇੱਕੋ ਚੀਜ਼ ਕਹਿਣਾ ਚਾਹਾਂਗਾ, ਤੁਸੀਂ ਇਮੀਗ੍ਰੇਸ਼ਨ ਦੀ ਕੋਈ ਵੀ ਐਡਵਾਈਸ ਲੈਣਾ ਚਾਹੁੰਦੇ ਹੋ, ਕੋਈ ਉਲਝਿਆ ਹੋਇਆ ਕੇਸ ਹੈ ਉਹ ਡਿਸਕਸ ਕਰਨਾ ਚਾਹੁੰਦੇ ਹੋ, ਜਾਂ ਵਿਜ਼ਿਟ ਵੀਜ਼ਾ ਤੇ ਤੁਸੀਂ ਕੈਨੇਡਾ ਆਏ ਹੋ ਓਪਰਚੁਨਿਟੀ ਲੱਭ ਰਹੇ ਹੋ, ਜਾਂ ਵਰਕ ਪਰਮਿਟ ਤੇ ਤੁਸੀਂ ਕੈਨੇਡਾ ਕੰਮ ਕਰ ਰਹੇ ਹੋ,
ਕੇਅਰ ਗਿਵਰ ਦੇ ਤੌਰ ਤੇ ਜਾਂ ਫਿਰ ਤੁਸੀਂ ਕੰਮ ਕਰ ਰਹੇ ਹੋ ਫਾਰਮ ਵਰਕਰ ਦੇ ਵਿੱਚ ਜਾਂ ਲੇਬਰ ਕੈਟਾਗਰੀ ਦੇ ਵਿੱਚ ਕੰਮ ਕਰ ਰਹੇ ਹੋ ਤੇ ਤੁਹਾਡੀ ਪੀਆਰ ਤੁਹਾਨੂੰ BC ਦੇ ਵਿੱਚ ਕੰਮ ਕਰ ਰਹੇ ਹੋ ਤੇ ਹਲੇ ਪੀਆਰ ਸਮਝ ਨਹੀਂ ਆ ਰਿਹਾ ਕਿ ਕਿਹੜੇ ਪ੍ਰੋਗਰਾਮ ਦੇ ਥਰੂ, ਕਿਉਂਕਿ BC ਦੇ ਸਕੋਰ ਉੱਪਰ ਚਲੇ ਗਏ ਹੋਏ ਨੇ, ਉੱਥੇ ਤੁਹਾਡੀ ਪੀਆਰ ਨਹੀਂ ਹੋ ਪਾ ਰਹੀ, ਤੇ ਇੱਕ ਵਾਰੀ ICC ਨਾਲ ਕੰਟੈਕਟ ਕਰੋ। ਅਟਲਾਂਟਿਕ ਦੇ ਵਿੱਚ ਜੇ ਮੂਵ ਕਰਨ ਵਾਸਤੇ ਤਿਆਰ ਹੈਗੇ ਹੋ, ਗ੍ਰੇਡ 12 ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ, 4 ਬੈਂਡਸ ਹੋਣੇ ਚਾਹੀਦੇ ਨੇ, 1 ਸਾਲ ਕੰਮ ਕਰਨ ਤੋਂ ਬਾਅਦ PNP ਵਾਸਤੇ ਤੁਹਾਡੀ ਐਲੀਜੀਬਿਲਟੀ ਬਣ ਸਕਦੀ ਹੈ। ਸੋ ਇਨਫੋਰਮੇਸ਼ਨ ਲੈਣ ਵਾਸਤੇ ਸਾਨੂੰ ਕੰਟੈਕਟ ਕਰ ਸਕਦੇ ਹੋ। 9054612424 ਨੰਬਰ ਹੈ, 905 461 2424। ਸਰ ਲਾਸਟ ਕਾਲ ਆ ਗਈ ਆਪਾਂ ਲੈ ਲਈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲੋ, ਕੀ ਕਹਿਣਾ ਚਾਹੁੰਦੇ ਹੋ? ਰੈਡੀ ਤੋਂ ਬੋਲ ਰਿਹਾ ਸਰ। ਮੇਰੇ ਮਦਰ ਦੀ ਨਾ HSC ਫਾਈਲ ਲਾਈ ਸੀ ਮੇਰੇ ਮਦਰ ਇੱਥੇ ਪਿਛਲੇ ਸਾਲ ਸਤੰਬਰ ਦੀ, ਤੇ ਮੈਂ ਪੁੱਛਣਾ ਸੀ ਕਿ ਜਿਹੜਾ ਆਨਲਾਈਨ ਪ੍ਰੋਸੈਸਿੰਗ ਟਾਈਮ ਕਦੇ 15 ਮਹੀਨੇ ਕਦੇ 19 ਮਹੀਨੇ ਸ਼ੋ ਹੋ ਰਿਹਾ, ਇਹ ਫਸਟ ਸਟੇਜ ਅਪਰੂਵਲ ਤਾਂ ਕਰ ਰਿਹਾ ਜਾਂ ਟੋਟਲ ਪ੍ਰੋਸੈਸ ਸ਼ੋ ਕਰ ਰਿਹਾ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਇਹ ਪੈਰੈਂਟਲ ਸਪਾਂਸਰਸ਼ਿਪ ਦੀ ਗੱਲ ਕਰ ਰਹੇ ਹਾਂਜੀ ਸੀ। ਹਾਂਜੀ, ਮਦਰ ਦੀ HNC। ਓਕੇ ਜੀ, ਜਿਹੜਾ ਨਾਰਮਲ ਪ੍ਰੋਸੈਸਿੰਗ ਟਾਈਮ ਫਸਟ ਸਟੇਜ ਦਾ ਸੀਗਾ ਉਹ ਤਕਰੀਬਨ 8 ਮਹੀਨਿਆਂ ਦਾ ਸੀਗਾ, ਐਂਡ ਸੈਕੰਡ ਸਟੇਜ ਦਾ ਨਾਰਮਲੀ 18 ਤੋਂ 24 ਮਹੀਨਿਆਂ ਦਾ ਸੀਗਾ, ਬਟ ਅੱਜ ਦੀ ਤਰੀਕ ਦੇ ਵਿੱਚ ਟਾਈਮ ਵਧਿਆ ਹੋਇਆ ਹੈ ਜੀ। ਸੋ देयर इज नो ਟਾਈਮ ਟੂ HNC ਐਪਲੀਕੇਸ਼ਨ। ਜੀ ਬਿਲਕੁਲ। ਤੇ ਸਰ ਥੈਂਕ ਯੂ ਸੋ ਮਚ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ ਤੇ ਜਾਣਕਾਰੀ ਸਾਂਝੀ ਕੀਤੀ। ਤਾਂ ਇਟਸ ਆਲਵੇਜ਼ ਅ ਪਲੇਜ਼ਰ, ਥੈਂਕ ਯੂ ਵੈਰੀ ਮਚ ਜੀ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਹੁਣ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਲਾਹ ਚਾਹੀਦੀ ਹੈ ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।